ਗੈਟ ਪੰਜਾਬੀ ਦੇ ਸੂਝਵਾਨ ਤੇ ਸਤਿਕਾਰਯੋਗ ਦਰਸ਼ਕੋ, ਤੁਹਾਡੇ ਆਪਣੇ ਹਰਮਨ ਪਿਆਰੇ ਚੈਨਲ ਗੈਟ ਪੰਜਾਬੀ ਅਤੇ ਤੁਹਾਡੇ ਆਪਣੇ ਸਾਂਝੇ ਮੰਚ ਦੇ ਉੱਤੇ ਤੇ ਪ੍ਰੋਗਰਾਮ ਵਿਚਾਰ ਵਟਾਂਦਰਾ ਵਿਦ ਗੈਟ ਪੰਜਾਬੀ ਉੱਤੇ ਬਲਵੰਤ ਸਿੰਘ ਵੱਲਾ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋ, ਹਮੇਸ਼ਾ ਹੀ ਪ੍ਰਮਾਤਮਾ ਤੁਹਾਡੇ ਪਰਿਵਾਰ ਨੂੰ, ਤੁਹਾਡੇ ਆਲੇ ਦੁਆਲੇ ਯਾਰਾਂ ਦੋਸਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹਰ ਰੋਜ਼ ਦੀ ਤਰ੍ਹਾਂ ਪ੍ਰਮਾਤਮਾ ਦੇ ਨਾਂ ਤੋਂ ਸ਼ੁਰੂ ਕਰਦੇ ਹਾਂ ਆਪਾਂ ਇਹ ਗੱਲ ਕਿ ਇਹ ਤੁਹਾਡਾ ਆਪਣਾ ਪ੍ਰੋਗਰਾਮ ਆ, ਇਹ ਤੁਹਾਡੇ ਆਪਣੇ ਮੰਚ ਦੇ ਉੱਤੇ ਤੁਹਾਡਾ ਆਪਣਾ ਟੀਵੀ ਚੈਨਲ ਆ ਜਿਹਨੂੰ ਕਿ ਤੁਸੀਂ ਅਥਾਹ ਪਿਆਰ ਦਿੱਤਾ ਤੇ ਹਰ ਰੋਜ਼ ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ ਜਿਹੜਾ ਦਿਨ ਬ ਦਿਨ ਜਿਹੜਾ ਇਸ ਪ੍ਰੋਗਰਾਮ ਨੂੰ ਹੋਰ ਵੀ ਬੁਲੰਦੀਆਂ ਵੱਲ ਜਿਹੜਾ ਪਹੁੰਚਾ ਰਿਹਾ, ਇਹ ਸਿਰਫ ਤੇ ਸਿਰਫ ਤੁਹਾਡਾ ਸਿਹਰਾ ਇਸ ਪ੍ਰੋਗਰਾਮ ਦੇ ਵਿੱਚ। ਅੱਜ ਮੈਂ ਤੁਹਾਡੀ ਕਾਲਸ ਨਹੀਂ ਲੈ ਸਕਾਂਗਾ ਕਿਉਂਕਿ ਅੱਜ ਅਸੀਂ ਇੱਕ ਵੱਖਰੇ ਮੰਚ ਦੇ ਉੱਤੇ ਬੈਠੇ ਹਾਂ। ਮੇਰੇ ਨਾਲ ਮਹਾਨ ਸ਼ਖਸੀਅਤਾਂ ਹਾਜ਼ਰ ਨੇ ਅੱਜ ਇਸ ਮੰਚ ਉੱਤੇ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਹੁਣ ਵੋਟਾਂ ਦਾ ਟਾਈਮ ਚੱਲ ਰਿਹਾ, ਇਲੈਕਸ਼ਨ ਜਿਹੜੇ ਆ ਭਾਰਤ ਦੇ ਵਿੱਚ ਜਿਹੜੇ ਪੂਰੇ ਜ਼ੋਰਾਂ ਦੇ ਉੱਤੇ ਸਿਖਰਾਂ ਦੇ ਉੱਤੇ ਪਹੁੰਚੇ ਹੋਏ ਨੇ, ਪਰ ਕਿਤੇ ਆਪਾਂ ਇਹ ਜ਼ਰੂਰ ਸੋਚਦੇ ਹਾਂ, ਇੱਕ ਆਪਣੇ ਦਿਮਾਗ ਦੇ ਨਾਲ ਇਹ ਪ੍ਰੈਸ਼ਰ ਪਾ ਕੇ ਸੋਚਦੇ ਹਾਂ ਕਿ ਸਮਾਜਿਕ ਅਵਸਥਾ ਭਾਰਤ ਦਾ ਜੋ ਦਿਖਾਂਤ ਆ, ਕਿੰਨੀਆਂ ਪ੍ਰੋਬਲਮਸ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਜ਼ਿੰਦਗੀ ਜਿਉਣ ਲਈ ਵਸਰ ਹੋਏ ਨੇ ਲੋਕ, ਤੇ ਕੁਝ ਹੋਰ ਵੀ ਅਜਿਹੀਆਂ ਪ੍ਰੋਬਲਮਾਂ ਨੇ ਜਿਨ੍ਹਾਂ ਵੱਲ ਕਦੇ ਵੀ ਸਾਡਾ ਧਿਆਨ ਨਹੀਂ ਦਿੱਤਾ। ਇਹਨਾਂ ਗੱਲਾਂ ਬਾਤਾਂ ਉੱਤੇ ਜਿੱਥੇ ਆਪਾਂ ਅੱਜ ਇਸ ਮੰਚ ਦੇ ਉੱਤੇ ਇਹ ਪੈਨਲ ਨੂੰ ਲੈ ਕੇ ਆਏ ਹਾਂ, ਹਰ ਇੱਕ ਪੱਖ ਤੋਂ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੀ ਇੰਟਰੋਡਿਊਸ ਕਰਾ ਦਾਂ। ਮੇਰੇ ਨਾਲ ਸੱਜੇ ਪਾਸੇ ਸਾਡੇ ਸਤਿਕਾਰਯੋਗ ਭਜਨ ਸਿੰਘ ਜੀ ਭਿੰਡਰ, ਜਿਹੜੇ ਕਿ ਆਰਗੇਨਾਈਜੇਸ਼ਨ ਫਾਰ ਮਿਨੋਰਟੀ ਆਫ ਇੰਡੀਆ, ਤੇ ਉਹ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਨੇ। ਤੇ ਮੇਰੇ ਨਾਲ M.R. ਪੌਲ, ਡਾਇਰੈਕਟਰ ਅੰਬੇਦਕਰ ਸਿੱਖ ਫਾਊਂਡੇਸ਼ਨ USA, ਜਿਹੜੇ ਕਿ ਸਾਡੇ ਨਾਲ ਬੈਠੇ ਨੇ। ਤੇ ਮੇਰੇ ਨਾਲ ਡਾਕਟਰ ਅਮਰੀਕ ਸਿੰਘ ਜੀ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਤੋਂ ਅੱਜ ਪਹੁੰਚੇ ਨੇ ਸਾਡੇ ਨਾਲ, ਸਵਾਗਤ ਹੈ ਇਹਨਾਂ ਦਾ ਵੀ। ਤੇ ਮੇਰੇ ਨਾਲ ਬੈਠੇ ਨੇ ਸਾਡੇ ਸਤਿਕਾਰਯੋਗ ਛੋਟੇ ਭਰਾ, ਬੜੇ ਸੂਝਵਾਨ ਤੇ ਅਣਥੱਕ ਹਰਸਿਮਰਨ ਸਿੰਘ ਜੀ, ਜਿਹੜੇ ਕਿ ਡਾਇਰੈਕਟਰ ਸਿੱਖ ਇਨਫੋਰਮੇਸ਼ਨ ਸੈਂਟਰ USA ਤੋਂ ਬਿਲੋਂਗ ਕਰਦੇ ਨੇ। ਵੱਖ-ਵੱਖ ਇਹਨਾਂ ਦੀਆਂ ਜਿਹੜੇ ਕੰਮ ਕਰ ਰਹੇ ਨੇ ਆਪਣੇ ਆਪਣੇ ਫਾਊਂਡੇਸ਼ਨ ਜਾਂ ਆਰਗੇਨਾਈਜੇਸ਼ਨ ਦੇ ਤੌਰ ਤੇ। ਤੁਹਾਡਾ ਪਹਿਲਾਂ ਤਾਂ ਜੀ ਗੈਟ ਪੰਜਾਬੀ ਦੇ ਸਮੁੱਚੀ ਟੀਮ ਵੱਲੋਂ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਤੁਸੀਂ ਅੱਜ ਆਏ ਹੋ ਆਪਣਾ ਕੀਮਤੀ ਸਮਾਂ ਕੱਢ ਕੇ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਪਿਆਰੇ ਦਰਸ਼ਕੋ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਜਿਹੜਾ ਅੱਜ ਸਵਾਲ ਜਵਾਬ ਇਹਨਾਂ ਤੋਂ ਆਪਾਂ ਇਹਨਾਂ ਦੇ ਨਾਲ ਕਰਨੇ ਨੇ। ਤੇ ਇੱਕ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਪ੍ਰੋਗਰਾਮ ਨੂੰ ਬਹੁਤ ਗੌਰ ਤੇ ਧਿਆਨ ਨਾਲ ਵੇਖਿਓ। ਤੁਸੀਂ ਪੁਆਇੰਟ ਵੀ ਨੋਟ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਉੱਤੇ ਆਪਾਂ ਕਾਲਸ ਖੋਲਾਂਗੇ ਮੰਡੇ ਨੂੰ ਕਿ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਕੀ ਨੇ ਤੁਹਾਡੇ ਵਿਚਾਰ, ਤੁਸੀਂ ਕਿਸ ਤਰ੍ਹਾਂ ਦੇ ਵਿਚਾਰ ਦੇਣਾ ਚਾਹੁੰਦੇ ਹੋ, ਤੁਹਾਡੇ ਵਿਚਾਰ ਲਏ ਜਾਣਗੇ ਨੈਕਸਟ ਮੰਡੇ। ਮੈਂ ਪਹਿਲਾ ਸਵਾਲ ਕਰਦਾ ਵਾਂ M.R. ਪਾਲ ਜੀ ਨੂੰ। ਪਾਲ ਜੀ, ਸਵਾਗਤ ਹੈ ਤੁਹਾਡਾ, ਤੁਸੀਂ ਅੱਜ ਮੇਰੇ ਨਾਲ ਜੁੜੇ ਹੋ ਤੇ ਟਾਈਮ ਕੱਢਿਆ ਤੁਸੀਂ। ਤੁਸੀਂ ਇਹ ਦੱਸੋ ਕਿ ਇਹ ਜੋ ਭਾਰਤ ਵਿੱਚ ਜੋ ਇੰਨੀ ਮਾੜੀ ਜਿਹੜੀ ਕਿਸਮ ਦੀ ਅਵਸਥਾ ਪੈਦਾ ਹੋਈ ਹੈ, ਇਸ ਲਈ ਕੌਣ ਜ਼ਿੰਮੇਵਾਰ ਆ? ਕਿਉਂਕਿ ਆਪਾਂ ਹਰੇਕ ਨੂੰ ਕਹਿ ਦਿੰਦੇ ਹਾਂ ਜੀ ਉਹ ਜ਼ਿੰਮੇਵਾਰ ਆ। ਉਹ ਨਰੋਲ, ਤੁਸੀਂ ਕਿਸ ਨਜ਼ਰੀਏ ਤੋਂ, ਕਿਸ ਸੋਚ ਤੋਂ ਇਸ ਮਾੜੀ ਅਵਸਥਾ ਨੂੰ ਦੇਖਦੇ ਹੋ? ਸਰਦਾਰ ਜੀ, ਗੱਲ ਇਹ ਆ ਕਿ ਕਿਸੇ ਵੀ ਦੇਸ਼ ਦੀ ਸੰਸਕ੍ਰਿਤੀ, ਜੋ ਅੱਜ ਦੇ ਹਾਲਾਤ ਆ, ਕਿਸੇ ਵੀ ਦੇਸ਼ ਦੀ ਸੰਸਕ੍ਰਿਤੀ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਆ। ਜੀ ਜੀ। ਕਿਉਂਕਿ ਜੋ ਅੱਜ ਆਪਾਂ ਬੈਠੇ ਆ ਲੋਕ, ਬਹੁਤ ਸਾਰੇ ਹਜ਼ਾਰਾਂ ਸਾਲਾਂ ਦੀ ਸੰਸਕ੍ਰਿਤੀ ਚੋਂ ਨਿਕਲ ਕੇ, ਹਾਂਜੀ, ਅੱਜ ਕੋਈ ਸਿੱਖ ਆ, ਕੋਈ ਈਸਾਈ ਆ, ਕੋਈ ਹਿੰਦੂ ਆ, ਕੋਈ ਬੋਧੀ ਆ, ਕੋਈ ਜੈਨੀ ਆ, ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਦੇ ਨਾਲ ਜਿਹੜਾ ਮੂਲ ਨਿਵਾਸੀ ਆ ਉਹਨਾਂ ਨੂੰ ਤਾਂ 6000 ਜਾਤਾਂ 'ਚ ਵੰਡਿਆ ਹੋਇਆ। ਇਹ ਕਿਸੇ ਸੰਸਕ੍ਰਿਤੀ ਦੇ ਪੜਾਅ 'ਚੋਂ ਲੰਘ ਕੇ ਉਸ ਨੇ ਜੋ ਸਾਡੀ ਮਾਨਸਿਕਤਾ ਦੇ ਵਿੱਚ ਸਟੈਬਲਿਸ਼ ਕੀਤੀ ਆ ਵਿਚਾਰਧਾਰਾ, ਉਹਦੀ ਵਜ੍ਹਾ ਕਰਕੇ ਆ। ਤਾਂ ਸਾਨੂੰ ਸਾਰੀ ਉਹ ਵਿਵਸਥਾ ਨੂੰ, ਹਜ਼ਾਰਾਂ ਸਾਲਾਂ ਦੀ ਵਿਵਸਥਾ ਨੂੰ ਥੋੜ੍ਹਾ ਜਿਹਾ ਡਿਸਕਸ ਕਰਨਾ ਪਊਗਾ। ਜੀ ਜੀ। ਕਹਿੰਦੇ ਆ ਕਿ ਇੱਕ ਆਮ ਕਰਕੇ ਤੁਸੀਂ ਗਾਣਾ ਸੁਣਿਆ ਹੋਣਾ ਕਿ ਜਹਾਂ ਡਾਲ ਡਾਲ ਪੇ ਸੋਨੇ ਕੀ ਚਿੜੀਆ ਕਰਤੀ ਥੀ ਬਸੇਰਾ, वो भारत देश है मेरा, ज़्यादा सत अहिंसा और धर्म का पग पग लगता डेरा, वो भारत देश है मेरा। ਇਹਦਾ ਮਤਲਬ ਕਿ ਕੋਈ ਸੋਨੇ ਦੀ ਚਿੜੀ ਇਹਦਾ ਨਾਂ ਪਿਆ। ਉਹ ਕਿਹੜੀ ਸੱਭਿਅਤਾ ਆ? ਉਹ ਸੱਭਿਅਤਾ ਜਿਹੜੀ ਹੈਗੀ ਆ ਉਹ ਸਿੰਧੂ ਘਾਟੇ ਦੀ ਸੱਭਿਅਤਾ ਆ, ਜਿਹਨੂੰ ਮਹਿੰਜੋ ਤੇ ਦੜੋ ਦੇ ਵਿੱਚੋਂ ਖੋਜਿਆ ਗਿਆ। ਜੀ ਜੀ। ਰਾਈਟ। ਇਤਿਹਾਸਕਾਰਾਂ ਨੇ ਪਹਿਲਾਂ ਤਾਂ ਸਾਡੀ ਸੱਭਿਅਤਾ ਦਾ ਨਹੀਂ ਸੀ ਪਤਾ ਹੁੰਦਾ,
1825 ਦੇ ਵਿੱਚ ਇੱਕ ਆਰਕੀਓਲੋਜੀਕਲ ਡਿਪਾਰਟਮੈਂਟ ਅੰਗਰੇਜ਼ਾਂ ਨੇ ਬਣਾਇਆ। ਉਹਨਾਂ ਨੇ ਸੋਚਿਆ ਜਿਹੜੇ ਟਿੱਬੇ ਆ ਟੱਠੇ ਹੋਏ ਆ ਇਹਨਾਂ ਦੀ ਖੁਦਾਈ ਕਰੋ। ਖੁਦਾਈ ਕਰਕੇ ਉਹਨਾਂ ਨੇ ਕੀ ਲੱਭਿਆ ਕਿ 40-40 ਫੁੱਟ ਚੌੜੀਆਂ ਸੜਕਾਂ, ਵੱਡੇ ਵੱਡੇ ਹਾਲ, ਬਾਥਰੂਮ, ਐਵਰੀਥਿੰਗ ਜੋ ਬਾਹਰ ਸਾਡਾ ਆ ਕੰਸਟਰਕਸ਼ਨ ਦਾ ਕੰਮ ਆ ਨਾ, ਐਵਰੀਥਿੰਗ ਇਸ ਤਰ੍ਹਾਂ ਦੀ ਸੀ ਸਾਡੀ। ਫਿਰ ਉਹ ਇਹੋ ਜਿਹੇ ਸੋਨੇ ਚਾਂਦੀ ਦੇ ਗਹਿਣੇ ਜੋ ਅੱਜ ਦੇ ਮਾਡਰਨ ਆ ਉਹਨੂੰ ਮਾਤ ਪਾਉਂਦੇ ਆ। ਇਹਦਾ ਮਤਲਬ ਉਸ ਵਕਤ ਇਹਨਾਂ ਦੋਵਾਂ ਚੀਜ਼ਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਰਹਿਣੇ ਦੀ ਵਿਵਸਥਾ, ਉਹਦਾ ਸੀਵਰੇਜ ਸਿਸਟਮ, ਗਹਿਣੇ, ਐਵਰੀਥਿੰਗ ਜਿਹੜੀ ਆ ਉਹਨਾਂ ਤੋਂ ਪਤਾ ਲੱਗਦਾ ਕਿ ਵਾਕਈ ਇਸ ਕਰਕੇ ਇਹਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਫਿਰ ਇਹ ਸਭਿਅਤਾ ਤੋਂ ਇਹ ਵੀ ਪਤਾ ਲੱਗਾ ਕਿ ਇੱਥੇ ਕਾਟੇਜ ਇੰਡਸਟਰੀ ਸੀ, ਮਾਲ ਐਕਸਪੋਰਟ ਹੁੰਦਾ ਸੀ, ਜਿਸ ਕਰਕੇ ਇਕਨੋਮੀ ਦਾ ਹੜ੍ਹ ਆਇਆ। ਜੋ ਸਾਨੂੰ ਅੱਜ ਇੱਥੇ ਸਹੂਲਤਾਂ ਹੈਗੀਆਂ ਅਮਰੀਕਾ ਕੈਨੇਡਾ ਦੇ ਵਿੱਚ, ਉਹੋ ਜਿਹੀਆਂ ਸਹੂਲਤਾਂ ਉਸ ਵਕਤ ਸੀ ਸਾਨੂੰ 4500 ਸਾਲ ਪਹਿਲਾਂ। ਹੁਣ ਇਹੋ ਜਿਹੀ ਸਭਿਅਤਾ ਦਾ ਤਹਿਸ਼ ਨਹਿਸ਼ ਕਰਕੇ ਅੱਜ ਗਰੀਬੀ ਦੀ ਰੇਖਾ ਤੋਂ 80 ਕਰੋੜ ਲੋਕ ਥੱਲੇ ਰਹਿ ਰਹੇ ਆ, 6000 ਜਾਤਾਂ 'ਚ ਵੰਡੇ ਹੋਏ ਆ। ਔਰ ਤੁਸੀਂ ਦੇਖੋ ਬਈ ਮਾਈਨੋਰਟੀਜ਼ ਬਣ ਗਈਆਂ, ਮੂਲ ਨਿਵਾਸੀਆਂ ਦੇ ਕਿੰਨੇ ਜ਼ਿਆਦਾ ਜਾਣੀ ਕਿ ਫਿਰਕੇ ਜੇ ਬਣਾਤੇ ਆ। ਇਹ ਕਿੱਦਾਂ ਗੱਲ ਪੈਦਾ ਹੋਈ ਆ? ਤੋਂ ਪਤਾ ਲੱਗਦਾ ਆ ਇਤਿਹਾਸ ਪੜ੍ਹ ਕੇ ਕਿ ਬਾਹਰੋਂ ਕੋਈ ਆਰੀਅਨ ਲੋਕ ਧਾੜਵੀ ਆਏ ਆ, ਪਹਿਲਾਂ ਆਣ ਕੇ ਵੈਸੇ ਹੀ ਵਸੇ ਆ। ਫਿਰ ਉਹਦੇ ਤੋਂ ਬਾਅਦ ਉਹਨਾਂ ਨੇ ਇਹਨਾਂ ਦਾ ਸਿਸਟਮ ਸਾਰਾ ਦੇਖਿਆ ਕਿ ਇਹਨਾਂ ਲੋਕਾਂ ਨੂੰ ਈਜ਼ੀਲੀ ਗੁਲਾਮ ਬਣਾਇਆ ਜਾ ਸਕਦਾ, ਲੜਾਈਆਂ ਹੋਈਆਂ ਔਰ ਬਣਾ ਰਿਹਾ। ਔਰ ਇਹ ਜਿਹੜੀ ਵਰਨ ਵਿਵਸਥਾ ਇੱਥੇ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਆ, ਇਹ ਇੱਥੋਂ ਦੀ ਵਿਵਸਥਾ ਨਹੀਂ। ਇਹ ਆਰਾਨੀਅਨ ਲੋਕ ਜਿਹੜੇ ਆਰੀਅਨ ਆਏ ਆ ਉਹ ਲੈ ਕੇ ਆਏ ਆ। ਤੋਂ ਉੱਥੇ ਜਿਹੜੀ ਵਿਵਸਥਾ ਆ ਉਹ ਬੇਕਰੀਅਨ ਆ, ਦਰਬਾਰੀਅਨ ਤੇ ਰਈਅਤ, ਇਹ ਤਿੰਨ ਵਰਨ ਆ ਉੱਥੇ। ਚੌਥਾ ਵਰਨ ਇੱਥੇ ਆਣ ਕੇ ਇਹਨਾਂ ਨੇ ਪੈਦਾ ਕੀਤਾ। ਉਹ ਵੀ ਪੈਦਾ ਕੀਤਾ ਹੈਗਾ ਵਿਸ਼ਿਸ਼ਟ ਤੇ ਵਿਸ਼ਵਾਮਿੱਤਰ ਦੀ ਦਾਨ ਲੈਣ ਦੀ ਲੜਾਈ ਤੋਂ। ਵਿਸ਼ਵਾਮਿੱਤਰ ਕਸ਼ਤਰੀਆਂ ਦਾ ਗੁਰੂ ਆ, ਵਿਸ਼ਿਸ਼ਟ ਬ੍ਰਾਹਮਣਾਂ ਦਾ ਗੁਰੂ ਆ। ਉਹਨਾਂ ਦਾ ਮਤਲਬ ਕਹਿੰਦਾ ਵੀ ਬ੍ਰਾਹਮਣਾਂ ਦਾ ਸਾਰਾ ਅਧਿਕਾਰ ਆ ਤੇ ਵਿਸ਼ਿਸ਼ਟ ਅੜ ਗਿਆ, ਵਿਸ਼ਵਾਮਿੱਤਰ ਅੜ ਗਿਆ ਤੇ ਲੜਾਈ ਹੋਈ, ਉਹਦਾ ਮੁੰਡਾ ਮਾਰਿਆ ਗਿਆ। ਉਹਨੇ ਜਿੰਨੇ ਕਸ਼ਤਰੀ ਸੀ ਸਾਰਿਆਂ ਤੋਂ ਜਨੇਊ ਲਹਾਤਾ ਤੇ ਉਹਨਾਂ ਨੂੰ ਚੌਥੇ ਵੰਨ 'ਚ ਸੜ ਦਿੱਤਾ। ਔਰ ਉਸ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਬਹੁਤ ਜਦੋਜਹਿਦ ਹੋਈ ਆ। ਉਹਦੇ ਵਰਖਲਾ ਬੁੱਧ ਨੇ ਕ੍ਰਾਂਤੀ ਕੀਤੀ। ਤਾਂ ਉਹਦੇ ਤੋਂ ਬਾਅਦ ਇੱਕ 1200 ਸਾਲ ਬੋਧੀਆਂ ਦਾ ਰਾਜ ਰਿਹਾ। ਹਾਂਜੀ, ਫਿਰ ਉਸ ਤੋਂ ਬਾਅਦ ਸਾਰੀ ਜਿਹੜੀ ਮਤਲਬ ਉਹਨਾਂ ਨੇ ਕਿਹਾ ਵੀ ਇਹ ਫਿਰ ਇਕੱਠੇ ਹੋ ਗਏ ਤੇ ਮਤਲਬ ਇਹ ਮੁੜ ਕੇ ਨਾ ਹੋਣ। ਉਸ ਤੋਂ ਬਾਅਦ ਮਤਲਬ ਲਾਸਟ ਦਾ ਬੋਧੀ ਮਾਰ ਕੇ ਤਾਂ 6000 ਜਾਤਾਂ ਦਾ ਨਿਰਮਾਣ ਕੀਤਾ। ਉਹਨੇ ਸਾਡੀ ਬਹੁਤ ਮਾੜੀ ਹਾਲਤ ਬਣਾਤੀ। ਔਰ ਉਹ ਜਿਹੜੀ ਮਾੜੀ ਹਾਲਤ ਸਾਡੀ ਬਣਾਈ ਆ ਉਸ ਦੇ ਵਿੱਚੋਂ ਹੀ ਇਹ ਜੇ ਅੱਜ ਆਪਾਂ ਜਾਤਾਂ ਦਾ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਬੜੀਆਂ ਬੇਤੁਕੀਆਂ ਗੱਲਾਂ ਹੋ ਜਾਂਦੀਆਂ ਹੈ ਠੀਕ ਹੈ ਨਾ, ਕਿੰਤੂ ਪ੍ਰੰਤੂ ਹੋ ਜਾਂਦਾ। ਇਹਦੇ ਵਿੱਚ ਜਿਹੜੀ ਖਾਸ ਗੱਲ ਦਾ ਨਿਰਮਾਣ ਕੀਤਾ ਉਹ ਆ ਗੱਲ ਦੇਖਣੇ ਵਾਲੀ ਵੀ ਇਹ ਗੁਰੂ ਸਾਹਿਬ ਦਾ ਅੰਦੋਲਨ ਜਾਂ ਸਾਰਿਆਂ ਦਾ ਜਾਂ ਬੁੱਧ ਨੇ ਵੀ ਅੰਦੋਲਨ ਚਲਾਏ, ਪਰ ਇਹਨਾਂ ਨੇ ਫੇਲ ਕਿੱਦਾਂ ਕਰ ਦਿੱਤੇ? ਉਹ ਕਿਹੜੀ ਚੀਜ਼ ਆ ਜਿਹੜੀ ਇਹਨਾਂ ਦੀ ਵਿਵਸਥਾ ਨੂੰ ਮੇਨਟੇਨ ਕਰਕੇ ਰੱਖਦੀ ਆ? ਰਾਈਟ, ਉਹ ਹੈਗੀ ਆ ਕਿ ਚੌਥੇ ਵਰਨ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਸਾਰੇ ਮਾਨਵੀ ਹੱਕਾਂ ਤੋਂ ਵਾਂਝੇ ਕਰ ਦੇਣਾ। ਨਾ ਪੜ੍ਹਨ ਲਿਖਣ ਦਾ ਹੱਕ, ਨਾ ਉਹਨਾਂ ਨੂੰ ਜਾਣੀ ਕਿ ਧਾਰਮਿਕ ਸਥਾਨਾਂ 'ਤੇ ਜਾਣ ਦੇ ਹੱਕ, ਨਾ ਪਰਮਾਤਮਾ ਨੂੰ ਪਾਉਣ ਦਾ ਹੱਕ। ਉਹਨਾਂ ਨੂੰ 3000 3500 ਸਾਲ ਤੋਂ ਆਪਣੇ ਮੂਲ ਦੇ ਨਾਲ ਉਹਨਾਂ ਲੋਕਾਂ ਨੇ ਕੱਟ ਕੇ ਰੱਖ ਦਿੱਤਾ। ਮੂਲ ਸਾਡਾ ਪਰਮਾਤਮਾ ਆ, ਸਾਡਾ ਸੋਰਸ ਆਫ ਇੰਸਪੀਰੇਸ਼ਨ ਆ ਆਤਮਾ ਦਾ। ਜੇ ਆਤਮਾ ਨੂੰ ਹੀ ਉਹਦੇ ਪਰਮਾਤਮਾ ਨਾਲੋਂ ਕੱਟ ਦਿੱਤਾ ਜਾਵੇ ਤਾਂ ਬਹੁਤ ਮਾੜੀ ਪ੍ਰਕਿਰਿਆ ਦੇ ਵਿੱਚ ਬੰਦਾ ਹੋ ਜਾਂਦਾ। ਤੁਰਦੀਆਂ ਫਿਰਦੀਆਂ ਲਾਸ਼ਾਂ ਹੋ ਜਾਂਦੀਆਂ ਤਾਂ ਸਾਰਾ ਸਮਾਜ ਤੁਰਦੀਆਂ ਫਿਰਦੀਆਂ ਲਾਸ਼ਾਂ ਬਣਾ ਕੇ ਰੱਖ ਦਿੱਤਾ। ਉਹ ਲਾਸ਼ਾਂ ਬਣਾਉਣ ਤੋਂ ਬਾਅਦ ਜੇ ਅਗਰ ਬੋਧੀ ਰਾਜੇ ਆਏ ਆ ਤਾਂ ਕੀ ਵਾਪਰਦਾ ਆ? ਉਹਨਾਂ ਨੇ ਕਿਹਾ ਮੁੜ ਕੇ ਇਕੱਠੇ ਨਾ ਹੋਣ। ਲਾਸਟ ਰਾਜਾ ਬੋਧੀ ਮਾਰਿਆ ਤਾਂ ਫਿਰ ਇੱਕ ਬੋਧੀ ਦੇ ਸਿਰ ਤੇ ਮਤਲਬ ਇੰਨੇ ਇਨਾਮ ਰੱਖ ਤੇ ਉਹ ਇੰਡੀਆ ਛੱਡ ਕੇ ਦੂਜੇ ਕੰਟਰੀਆਂ 'ਚ ਮਤਲਬ ਚਲੇ ਗਏ। ਤਾਂ ਫਿਰ ਉਹਨਾਂ ਨੇ ਕਿਹਾ ਬਈ ਇਹੋ ਜਿਹੀ ਵਿਵਸਥਾ ਦਾ ਨਿਰਮਾਣ ਕਰੀਏ ਕਿ ਮੁੜ ਕੇ ਇਕੱਠੇ ਨਾ ਹੋਣ। ਉਹ ਬਣਾਈਆਂ 6000 ਜਾਤਾਂ ਗ੍ਰੇਡਡ ਐਂਡ ਡੀਗ੍ਰੇਡਡ ਵੈਲਿਊਜ਼ ਦੇ ਉੱਤੇ। ਰਾਈਟ, ਉਹ ਜਿਹੜਾ ਗ੍ਰੇਡਡ ਐਂਡ ਡੀਗ੍ਰੇਡਡ ਵੈਲਿਊਜ਼ ਆ ਮੈਂ ਨਾਂ ਲੈਣੀ ਨਹੀਂ ਚਾਹੁੰਦਾ, ਫਿਰ ਮੈਨੂੰ ਕਹਿਣਾ ਪੈਣਾ ਆ। ਸਭ ਤੋਂ ਥੱਲੇ ਟੱਪਰੀਵਾਸ ਆ। ਟੱਪਰੀਵਾਸ ਜਿਹੜਾ ਉਹ ਮਤਲਬ ਚੂੜੇ ਨੂੰ ਪਿਆਰ ਕਰਦਾ। ਚੂੜਾ ਉਹਨੂੰ ਨਫ਼ਰਤ ਕਰਦਾ। ਚੂੜਾ ਚਮਾਰ ਨੂੰ ਪਿਆਰ ਕਰਦਾ। ਚਮਾਰ ਉਹਨੂੰ ਨਫ਼ਰਤ ਕਰਦਾ। ਚਮਾਰ ਜੁਲਾਹੇ ਨੂੰ ਪਿਆਰ ਕਰਦਾ। ਹਾਲਾਂਕਿ ਉਹ ਇਕੱਠੀਆਂ ਜਾਤਾਂ ਆ। ਬਾਬਾ ਸਾਹਿਬ ਨੇ ਇਹਨਾਂ 1500-1600 ਜਾਤਾਂ ਨੂੰ ਸ਼ਡਿਊਲ ਕਾਸਟ ਡਿਕਲੇਅਰ ਕੀਤਾ, ਜਿਹੜੀਆਂ ਰਿਵਾਇਤਾਂ ਲੈ ਕੇ ਦਿੱਤੀਆਂ। ਹੁਣ ਇਹ ਇਕੱਠਾ ਕਰਕੇ ਪਹਿਲਾਂ ਸਾਡੀ ਹੋਣ ਦਾ ਹੀ ਪਤਾ ਨਹੀਂ ਸੀ ਵੀ ਅਸੀਂ ਕਿੰਨੇ ਆ, ਅਸੀਂ ਸ਼ੂਦਰ ਕਿੰਨੇ ਆ ਤੇ ਸ਼ੂਦਰ ਕਿੰਨੇ ਆ। ਤਾਂ ਉਹ 25% ਜਿਹੜੇ 23.4% ਆ ਇਹਨਾਂ ਲੋਕ ਅੱਜ ਤਾਂ ਇਹ 30% ਆ ਕਿਉਂਕਿ ਆਬਾਦੀ ਇਹਨਾਂ ਦੀ ਵਧੀ ਆ, ਬੈਕਵਰਡ ਕਲਾਸ ਦੀ ਵਧੀ ਆ। ਇਹ ਪੁਰਾਣੇ ਅੰਕੜੇ ਹੋ ਗਏ ਆ। ਅੱਜ 30% ਆ ਸ਼ਡਿਊਲ ਕਾਸਟ, 1600 ਜ਼ਿਆਦਾ 30% ਆ। 52.6% ਆ ਬੈਕਵਰਡ ਕਲਾਸ ਸ਼ੂਦਰ ਲੋਕ। ਤੇ ਜਾਣ ਕੇ ਦੇਖੀਏ ਤਾਂ ਅਸੀਂ ਮਤਲਬ ਲਗਭਗ 89% ਆ ਇਸ ਕੰਟਰੀ ਦੇ ਵਿੱਚ 6000 ਜਾਤਾਂ ਦੇ ਲੋਕ। ਤੋ ਸਰਦਾਰ ਜੀ ਜਿਹੜਾ
ਇਹ ਜਿਹੜਾ ਸਾਡੇ 'ਚ ਬਖਰੇਵਾਂ ਆ ਇਹਨਾਂ ਦੀ ਵਜ੍ਹਾ ਕਰਕੇ ਆ, ਕਿਉਂਕਿ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਬ੍ਰਾਹਮਣ ਬੀਇੰਗ ਇਨ ਮਿਨੋਰਿਟੀ ਹੀ ਪ੍ਰੂਵਸ ਟੂ ਬੀ ਆਲਵੇਜ਼ ਇਨ ਮੈਜੋਰਿਟੀ। ਜੀ ਜੀ How he proves to be always in majority by dividing the Moolnasi Bhojan into 6,000 castes. Then how he controls these 6,000 castes by producing the chamchas, stoogs in bigger and smaller sizes as per the numerical strength of the caste. ਜੀ ਜੀ ਇਸ ਤਰ੍ਹਾਂ ਸਾਨੂੰ ਕੰਟਰੋਲ ਕਰਦੇ ਆ। ਹੁਣ ਜਦੋਂ ਆਪਾਂ ਦੇਖਦੇ ਆ ਕਿ ਇਹ ਜਿਹੜੇ ਬਾਹਰੋਂ ਆਰੀਅਨ ਆਏ ਆ ਇਹ 12-13% ਲੋਕ ਆ, ਪਰ 12-13% ਲੋਕ ਇਹਨਾਂ ਦਾ ਦੇਸ਼ ਦੀ ਰਾਜਨੀਤੀ ਦੇ ਉੱਤੇ, ਦੇਸ਼ ਦੇ ਧਰਮ ਦੇ ਉੱਤੇ, ਬਿਊਰੋਕ੍ਰੈਟਿਕ ਸੈਟਅਪ ਦੇ ਉੱਤੇ, ਨਿਆਂਪਾਲਿਕਾ ਦੇ ਉੱਤੇ, ਹਰ ਪਾਸੇ ਇਹਨਾਂ ਦਾ ਆਪਣਾ ਕਬਜ਼ਾ ਆ। ਬਾਕੀ ਜਾਤਾਂ ਦੇ ਵਿੱਚੋਂ ਬੰਦੇ ਚੱਕ ਕੇ ਆਪਣੇ ਚਮਚੇ ਬਣਾ ਕੇ ਇਹ ਲੋਕ ਸਰਕਾਰੇ ਦਰਬਾਰੇ ਮਤਲਬ ਜੋ ਵੀ ਐਮਐਲਏ ਚੁਣ ਹੋ ਕੇ ਜਾਂਦੇ ਆ, ਜੋ ਬਿਊਰੋਕ੍ਰੈਟਿਕ ਸੈਟਅਪ ਦੇ ਜਾਂਦੇ ਆ, ਜਿਹੜਾ ਇਹਨਾਂ ਦਾ ਚਮਚਾ ਬਣ ਕੇ ਰਹਿੰਦਾ ਆ ਉਹਦੇ ਹੱਥ 'ਤੇ ਇਹ ਪਿੱਠ 'ਤੇ ਹੱਥ ਰੱਖਦੇ ਆ। ਜਿਹੜਾ ਕੋਈ ਕਾਇਦੇ ਕਾਨੂੰਨ ਦੇ ਨਾਲ ਚੱਲਦਾ ਆ ਉਹਨੂੰ ਬਹੁਤ ਖੁੱਡੇ ਲਾਈਨ ਲਾ ਕੇ ਰੱਖਦੇ ਆ, ਜਾਂ ਉਹਦੀਆਂ ਟਰਮੀਨੇਸ਼ਨਾਂ ਕਰਾ ਦਿੰਦੇ ਆ, ਜਾਂ 4 ਸ਼ੀਟਾਂ ਸ਼ੋਕਾਜ਼ ਨੋਟਿਸ ਬਣਾ ਕੇ ਰੱਖਦੇ ਆ। ਇਸ ਕਰਕੇ ਕਿ ਬਾਬਾ ਸਾਹਿਬ ਸਦਾ ਹੀ ਇਹ ਗੱਲ ਕਹਿੰਦੇ ਸੀ ਕਿ ਚੁਣ ਹੋ ਕੇ ਤਾਂ ਸਮਾਜ ਸਾਡਾ ਚਲੇ ਗਿਆ, ਚੁਣ ਹੋ ਕੇ ਤਾਂ ਸਮਾਜ ਸਾਡਾ ਚਲੇ ਗਿਆ, ਸਮਾਜ ਹਮਾਰਾ ਪਰ ਦਿਮਾਗ ਹਮਾਰਾ ਨਹੀਂ। ਵਾਹ ਵਾਹ ਵਾਹ, ਬਿਲਕੁਲ ਸਹੀ ਗੱਲ ਹੈ ਜੀ। ਚੁਣ ਹੋ ਕੇ ਤਾਂ ਚਲੇ ਗਿਆ, ਸਰਕਾਰੇ ਦਰਬਾਰੇ ਚੰਗੀਆਂ ਪੋਸਟਾਂ ਤੇ ਤਾਂ ਲੱਗ ਗਿਆ, ਸਮਾਜ ਹਮਾਰਾ ਦਿਮਾਗ ਹਮਾਰਾ ਨਹੀਂ। ਤਾਂ ਦਿਮਾਗ ਬ੍ਰਾਹਮਣੀ ਕਲ ਵਿਵਸਥਾ ਦਾ ਹੀ ਚੱਲਦਾ, ਉਹਦੇ ਚੋਂ ਛੁਟਕਾਰਾ ਦਿਵਾਉਣ ਦੇ ਵਾਸਤੇ ਬਾਬਾ ਸਾਹਿਬ ਨੇ, ਗੁਰੂ ਸਾਹਿਬਾਨ ਨੇ ਔਰ ਬੁੱਧਾ ਨੇ ਇੱਕ ਸੋਚ ਡਿਵੈਲਪ ਕੀਤੀ ਆ ਕਿ ਤੁਹਾਨੂੰ ਜਿੱਦਾਂ ਉਹ ਜਾਤੀ ਵਿਵਸਥਾ ਬਣਾ ਕੇ ਤੁਹਾਡੇ ਉਹ ਫਾਇਦੇ ਉਠਾਉਂਦਾ, ਇਸੇ ਤਰ੍ਹਾਂ ਇਹਨਾਂ ਜਾਤਾਂ ਨੂੰ ਇਕੱਠੇ ਕਰਕੇ ਮੂਲ ਨਿਵਾਸੀ ਬਹੁਜਨ ਸਮਾਜ ਬਣਾ ਕੇ ਕਿਸੇ ਸਿਧਾਂਤਕ ਵੈਲਿਊ ਤੇ ਇਹਨਾਂ ਲੋਕਾਂ ਨੂੰ ਇਕੱਠੇ ਹੋ ਕੇ ਮੁੜ ਇੱਥੇ ਕਬਜ਼ਾ ਕਰਨਾ ਚਾਹੀਦਾ। ਕਿਉਂ ਕਰਨਾ ਚਾਹੀਦਾ? ਬਾਬਾ ਸਾਹਿਬ ਕਹਿੰਦੇ ਆ ਪਹਿਲਾਂ ਰਾਜਾ ਰਾਣੀ ਦੇ ਪਿੱਟੋਂ ਜੰਮਦਾ ਸੀ, ਅੱਜ ਰਾਜਾ ਬੈਲਟ ਪੇਪਰ ਤੋਂ ਬਾਕਸ ਤੋਂ ਜੰਮਦਾ। ਤੋ ਬੈਲਟ ਬਾਕਸ ਚੋਂ ਅਗਰ ਰਾਜਾ ਜੰਮਦਾ ਤਾਂ ਸਾਨੂੰ ਜਿਹੜੀ ਇਹ ਤਾਕਤ ਲੈ ਕੇ ਦਿੱਤੀ ਆ, ਇਹਦੀ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀ ਆ, ਇਹ ਮੂਲ ਨਿਵਾਸੀ ਬਹੁਜਨ ਸਮਾਜ ਨੂੰ ਆਉਣੀ ਬਹੁਤ ਜ਼ਰੂਰੀ ਆ। ਉਹਦੇ ਆਉਣ ਤੋਂ ਪਹਿਲਾਂ ਤਾਂ ਨਾ ਇਹਨਾਂ ਦੀ 6000 ਜਾਤਾਂ ਦੀ ਬ੍ਰਦਰਹੁੱਡ ਬਣਨੀ ਬਹੁਤ ਜ਼ਰੂਰੀ ਆ। ਅਗਰ 6000 ਜਾਤਾਂ ਦੀ ਬ੍ਰਦਰਹੁੱਡ ਬਣ ਜਾਂਦੀ ਆ ਤਾਂ ਦੇयर इज नो ਪ੍ਰੋਬਲਮ, ਕਿਉਂਕਿ ਅਵੇਅਰਨੈਸ ਦਾ ਮਾਮਲਾ। ਅਗਰ ਇਹ ਬ੍ਰਦਰਹੁੱਡ ਬਣਦੀ ਨਹੀਂ, ਅਵੇਅਰਨੈਸ ਨਹੀਂ ਆਉਂਦੀ, ਤੇ ਇਹਨਾਂ ਦਾ ਇਸੇ ਤਰ੍ਹਾਂ ਸ਼ੋਸ਼ਣ ਹੁੰਦਾ ਰਹੂਗਾ। ਕੋਈ ਮਾਈ ਦਾ ਲਾਲ ਇਹਨਾਂ ਨੂੰ ਇਹਨਾਂ ਝਮੇਲਿਆਂ ਦੇ ਵਿੱਚੋਂ ਕੱਢਣ ਵਾਲਾ ਦੁਨੀਆ ਤੇ ਨਹੀਂ ਜੰਮਿਆ, ਤਾਂ ਹਰ ਕੋਈ ਬੰਦਾ ਇੱਥੇ ਫੇਲ ਹੁੰਦਾ ਜਾਊਗਾ। ਤਾਂ ਪ੍ਰਾਇਓਰਟੀ ਦੇ ਉੱਤੇ ਜੋ ਅੰਬੇਡਕਰ ਸਿੱਖ ਫਾਊਂਡੇਸ਼ਨ ਆ, ਉਹ ਗੁਰੂ ਸਾਹਿਬ ਦੇ ਸਿਧਾਂਤ, ਬਾਬਾ ਸਾਹਿਬ ਦਾ ਸਿਧਾਂਤ ਵੀ ਉਹੀ ਆ, ਕੋਈ ਫਰਕ ਨਹੀਂ, ਨਾ ਹੀ ਵੱਖਰੇ ਵੱਖਰੇ ਆ। ਕਿਉਂਕਿ ਜਦੋਂ ਅਸੀਂ ਬਾਬਾ ਸਾਹਿਬ ਨੂੰ ਦੇਖਦੇ ਆ ਕਿ ਬਾਬਾ ਸਾਹਿਬ ਇਸ ਵਿਵਸਥਾ ਤੋਂ ਤੰਗ ਆ ਕੇ ਯੋਲਾ ਦੀ ਕਾਨਫਰੰਸ 'ਚ ਕੀ ਕਹਿੰਦੇ ਆ ਕਿ ਮੈਂ ਹਿੰਦੂਆਂ 'ਚ ਪੈਦਾ ਹੋ ਗਿਆ, ਮੇਰੇ ਵੱਸ ਦੀ ਗੱਲ ਨਹੀਂ, ਪਰ ਮੈਂ ਹਿੰਦੂ ਮਰੂੰਗਾ ਨਹੀਂ। ਠੀਕ ਆ ਨਾ? ਤਾਂ ਉਹਨਾਂ ਦੇ ਸਾਥੀ ਕੀ ਪੁੱਛਦੇ ਆ, ਪਿੰਡਰ ਸਾਹਿਬ ਕਹਿੰਦੇ ਆ ਫਿਰ ਤੁਸੀਂ ਕਿਹੜੇ ਧਰਮ 'ਚ ਜਾਣਾ ਚਾਹੁੰਦੇ ਆ? ਤਾਂ ਦੱਬੀ ਜਵਾਨ 'ਚ ਕਹਿੰਦੇ ਸੀ ਆਈ ਪ੍ਰੈਫਰ ਸਿੱਖਿਜ਼ਮ। ਤਾਂ ਫਿਰ ਜਦੋਂ ਮੈਂ ਕਿਹਾ ਵੀ ਚਲੋ ਠੀਕ ਆ, ਉਸ ਵਕਤ ਕੋਈ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਜਾਂ ਹਾਈ ਕਾਸਟਾਂ ਨਹੀਂ ਸੀ ਚਾਹੁੰਦੀਆਂ, ਮਤਲਬ ਉੱਪਰਲਾ ਸੈਟਅਪ ਜਿਹੜਾ ਵਾਦ ਆ ਬ੍ਰਾਹਮਣੀਕਲ ਸਿਸਟਮ ਜਿਹਨੂੰ ਕਹਿੰਦੇ ਜਾਂ ਮਨੂਵਾਦੀ ਸਿਸਟਮ ਕਹਿ ਲਓ, ਉਹ ਨਹੀਂ ਸੀ ਚਾਹੁੰਦਾ। ਅਗਰ ਇਹ ਇਕੱਠੇ ਹੋ ਗਏ ਤਾਂ ਫਿਰ ਸਾਡੇ ਪਰਪਸ ਹੱਲ ਨਹੀਂ ਹੋਣੇ, ਤਾਂ ਅਗਰ ਪਰਪਸ ਹੱਲ ਨਹੀਂ ਹੋਣੇ ਤਾਂ ਫਿਰ ਉਹਨਾਂ ਨੇ ਤਰੀਕਾ ਚਲਾਇਆ ਜਿਹਦੇ ਨਾਲ ਬਾਬਾ ਸਾਹਿਬ ਅੰਬੇਡਕਰ ਸਿੱਖ ਨਹੀਂ ਬਣ ਸਕੇ। ਪਰ ਸਿੱਖ ਥੌਟ ਦਾ ਤਾਂ ਕੋਈ ਕਸੂਰ ਨਹੀਂ ਨਾ, ਬਿਲਕੁਲ ਗੁਰੂਆਂ ਨੇ ਜਾਂ ਸੰਘਰਸ਼ ਕੀਤਾ ਨਾਮਦੇਵ ਤੋਂ ਲੈ ਕੇ, ਜਿਹੜੇ ਕੋਈ ਕਸੂਰ ਨਹੀਂ ਉਹਨਾਂ ਦਾ। ਤਾਂ ਉਹਨੂੰ ਫਿਰ ਮੈਂ ਦੇਖਿਆ ਕਿ ਬਾਬਾ ਸਾਹਿਬ ਦੇ ਬਾਰੇ ਕਹਿੰਦੇ ਆ ਕਿ ਉਹ 35000 ਬੁੱਕ ਪੜ੍ਹੀ ਹੈ ਜੀ। 35000 ਬੁੱਕ ਚੋਂ 500-400 ਬੁੱਕ ਸਿੱਖਿਜ਼ਮ ਦੀ ਨਾ ਪੜ੍ਹੀ ਹੋਊਗੀ। ਅਗਰ ਸਿੱਖਿਜ਼ਮ ਦੀ ਕਿਤਾਬ ਪੜ੍ਹੀ ਹੋਊਗੀ ਤਾਂ ਇੰਨੀਆਂ ਪੜ੍ਹੀਆਂ ਹੋਣਗੀਆਂ ਤਾਂ ਦੀ ਮਾਨਸਿਕਤਾ ਬਣੀ। ਬਿਲਕੁਲ ਸਹੀ ਗੱਲ ਹੈ। ਜੀ ਥੈਂਕ ਯੂ। ਪਿਆਰੇ ਦਰਸ਼ਕੋ, ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ, ਸ਼ਾਰਟਲੀ ਵਾਪਸ ਆਵਾਂਗੇ, ਬਣੇ ਰਹਿਣਾ ਸਾਡੇ ਨਾਲ। ਲਓ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ। ਗੈਟ ਪੰਜਾਬੀ ਦੇ ਸੂਝਵਾਨ ਤੇ ਸਤਿਕਾਰਯੋਗ ਦਰਸ਼ਕੋ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ ਤੁਹਾਡੇ ਸਾਂਝੇ ਮੰਚ ਦੇ ਉੱਤੇ, ਤੁਹਾਡਾ ਆਪਣੇ ਪ੍ਰੋਗਰਾਮ ਵਿਚਾਰ ਵਟਾਂਦਰਾ ਵਿਦ ਗੈਟ ਪੰਜਾਬੀ ਉੱਤੇ। ਅੱਜ ਗੱਲਬਾਤ ਚੱਲ ਰਹੀ ਹੈ ਚੋਣਾਂ ਦੇ ਉੱਤੇ। ਸਾਡੇ ਨਾਲ ਉਹ ਮਹਾਨ ਸ਼ਖਸੀਅਤਾਂ ਹਾਜ਼ਰ ਨੇ
ਜਿਹੜੀਆਂ ਕਿ ਬਾਰੀਕੀ ਨਾਲ ਦੇਖਦੀਆਂ ਕਿ ਚੋਣਾਂ ਦਾ ਮਨੋਰਥ ਕੀ ਹੈ, ਚੋਣਾਂ ਦੇ ਵਿੱਚੋਂ ਕੀ ਕੱਢ ਸਕਦੇ ਹਾਂ, ਜਾਂ ਚੋਣਾਂ ਤੇ ਦੌਰਾਨ ਅਸੀਂ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ, ਜਿਹੜੇ ਲੋਕ ਚੋਣਾਂ ਜਿੱਤ ਕੇ ਅੱਗੇ ਆਉਣਗੇ ਉਹਨਾਂ ਦੇ ਕੀ ਮਨੋਰਥ ਨੇ, ਜਾਂ ਉਹ ਕਿਸ ਤਰ੍ਹਾਂ ਦੀ ਦ੍ਰਿਸ਼ਟੀ ਨੂੰ ਲੈ ਕੇ ਉਸ ਦੇ ਉੱਤੇ ਗੱਲਬਾਤ ਚੱਲ ਰਹੀ ਆ। ਤੇ ਹੁਣ ਗੱਲਬਾਤ ਕਰਦੇ ਹਾਂ ਆਪਾਂ ਸਿਮਰਜੀਤ ਸਿੰਘ ਹੁਣਾਂ ਨਾਲ। ਸਿਮਰਜੀਤ ਸਿੰਘ ਜੀ, ਤੁਸੀਂ ਇਹ ਦੱਸੋ ਕਿ ਹਰਸਿਮਰਤ ਸਿੰਘ ਜੀ, ਤੁਸੀਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜੀ ਇਹ ਵਿਵਸਥਾ, ਇਹ ਸਮੂਹ ਸਮਾਜਿਕ ਲੋਕਾਂ ਨੂੰ ਕਿਵੇਂ ਕੱਢਿਆ ਜਾ ਸਕਦਾ, ਕਿਵੇਂ ਸੁਚੇਤ ਕੀਤਾ ਜਾ ਸਕਦਾ ਇਹ ਗੱਲਾਂ ਤੋਂ? ਮੱਲਾ ਸਾਹਿਬ, ਸਮੇਂ-ਸਮੇਂ ਦੇ ਸੰਤਾਂ ਨੇ, ਮਹਾਪੁਰਸ਼ਾਂ ਨੇ, ਗੁਰੂਆਂ ਨੇ, ਹਰ ਇੱਕ ਨੇ ਨਗਾਰੇ ਤੇ ਚੋਟ ਮਾਰੀ ਆ। ਜਿੱਦਾਂ ਸ਼ੁਰੂ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ, ਜਿਨ੍ਹਾਂ ਨੇ ਇਸ ਵਿਵਸਥਾ ਦੇ ਖਿਲਾਫ ਬੜੀ ਡਟ ਕੇ ਆਵਾਜ਼ ਆਪਣੀ ਦਿੱਤੀ ਆ। ਉਸ ਤੋਂ ਬਾਅਦ ਇਸੇ ਚੀਜ਼ ਤੇ ਮੋਹਰ ਲਾਈ ਆ ਸਾਡੇ ਗੁਰੂਆਂ ਨੇ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਆ। ਉਹਨਾਂ ਨੇ ਸਾਰਿਆਂ ਦਾ ਥਾਟ ਕੰਪਾਈਲ ਕੀਤਾ। ਉਹਨਾਂ ਦਾ ਮਤਲਬ ਇਹੋ ਹੀ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਜੰਜਾਲ ਦੇ ਵਿੱਚੋਂ ਕੱਢਿਆ ਜਾਵੇ। ਕੋਈ ਜੇ ਹਿਊਮਨ, ਕੋਈ ਇਨਸਾਨ ਪਰਮਾਤਮਾ ਨੂੰ ਪਾਉਣਾ ਚਾਹੁੰਦਾ, ਉਹਦੇ ਵਾਸਤੇ ਹਰ ਸੁਵਿਧਾ ਹੋਣੀ ਚਾਹੀਦੀ ਆ ਕਿ ਉਹ ਆਪਣੇ ਪਰਮਾਤਮਾ ਨੂੰ ਪਾ ਸਕੇ। ਉਹਦਾ ਵੀ ਬਰਾਬਰ ਦਾ ਹੱਕ ਆ। ਗੁਰੂ ਨਾਨਕ ਦੇਵ ਜੀ ਦਾ ਸ਼ੁਰੂ ਹੋ ਕੇ ਕੱਲਾ ਬ੍ਰਦਰਹੁੱਡ ਦੀ ਇਸਤਰੀ ਨੂੰ ਵੀ ਉਨਾ ਹੀ ਹੱਕ ਮਿਲੇ। ਸੋ ਸਿੱਖੀਜ਼ਮ ਨੇ ਉਸ ਚੀਜ਼ ਤੇ ਬੜੀ ਸਟਰੋਂਗਲੀ ਮੋਹਰ ਲਾਈ ਇਹਨੂੰ ਕੱਢਣ ਵਾਸਤੇ। ਬਿਲਕੁਲ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਨੇ ਇਸੇ ਹੀ ਵਿਚਾਰਧਾਰਾ ਦੇ ਉੱਤੇ ਮੋਹਰ ਸਭ ਨੂੰ ਜਿਹੜੀ ਵੱਡੀ ਲਾਈ। ਜਿਹੜੇ 5 ਪਿਆਰੇ ਸੀਗੇ, ਉਹਨਾਂ ਦੇ ਵਿੱਚੋਂ ਜਿਹੜੇ 3 ਪਿਆਰੇ ਸੀਗੇ, ਉਹ ਇੱਕ ਉੜੀਸਾ ਤੋਂ ਸੀਗੇ, ਇੱਕ ਬਿਹਾਰ ਤੋਂ ਸੀਗੇ, ਇੱਕ ਆਪਣੇ ਗੁਜਰਾਤ ਤੋਂ ਸੀਗੇ। ਤਿੰਨੇ ਹੀ ਪੰਜਾਬ ਤੋਂ ਬਾਹਰ ਆ। ਉਸ ਤੋਂ ਬਾਅਦ ਇੱਕ ਦਿੱਲੀ ਤੇ ਇੱਕ ਲਾਹੌਰ ਤੋਂ ਸੀ। ਸੋ ਇੱਕ ਮੈਸੇਜ ਕਿੰਨਾ ਸਟਰੋਂਗ ਜਾਂਦਾ ਕਿ ਜਿਹੜਾ ਸਿੱਖ ਉਹ ਕੱਲਾ ਪੰਜਾਬ ਦੇ ਵਿੱਚ ਨਹੀਂ, ਇਹ ਆਲ ਓਵਰ ਦਾ। ਸੋ ਤੁਸੀਂ ਮੈਸੇਜ ਵੇਖੋ ਕਿੰਨਾ ਸਟਰੋਂਗ ਆ। ਉਹ ਜਿਹੜੀ ਭਗਤ ਨਾਮਦੇਵ ਜੀ ਹੁਣਾਂ ਨੇ ਸ਼ੁਰੂ ਕੀਤੀ ਸੀਗੀ, ਰਵਿਦਾਸ ਹੁਣਾਂ ਨੇ ਉਹਨੂੰ ਇੱਕ ਇੰਨਾ ਸਟਰੋਂਗ ਕੰਪਾਈਲ ਕਰਕੇ ਇੱਕ ਚੀਜ਼ ਦਿੱਤੀ ਕਿ ਜੇ ਤੁਸੀਂ ਇਸ ਵਿਵਸਥਾ ਨਾਲ ਲੜਨਾ ਵਾ, ਤੁਹਾਨੂੰ ਇੱਕ ਯੋਧਾ ਵੀ ਬਣਨਾ ਪੈਣਾ, ਤੁਹਾਨੂੰ ਤੁਹਾਡਾ ਥਾਟ ਪ੍ਰੋਸੈਸ ਵੀ ਹੋਣਾ ਚਾਹੀਦਾ। ਉਸ ਤੋਂ ਬਾਅਦ ਹੋਇਆ ਕਿ ਬ੍ਰਾਹਮਣ ਨੇ ਆਪਣੀ ਫੇਰ ਜਿਹੜੀ ਚਾਲ ਚੱਲੀ। ਬ੍ਰਾਹਮਣ ਕੀ ਆ? ਬ੍ਰਾਹਮਣ ਕੋਈ ਬੁੱਧੀ ਵਾਲਾ ਨਹੀਂ ਆ। ਬ੍ਰਾਹਮਣ ਅੱਜ ਕੱਲ ਸਾਡੇ ਵਿੱਚ ਪਗੜੀ ਧਾਰੀ ਵੀ ਆ। ਵੈਰੀ ਗੁੱਡ। ਬ੍ਰਾਹਮਣ ਜ਼ਿਆਦਾ ਹੋ ਗਏ, ਆਪਣੇ ਜ਼ਿਆਦਾ ਹੋ ਗਏ। ਸਾਨੂੰ ਇੱਕ ਸੋਚ ਆ, ਇਹ ਸਟੇਟ ਆਫ ਮਾਈਂਡ ਆ ਜਿਹੜਾ ਸਾਨੂੰ ਡਿਵਾਈਡ ਕਰਕੇ ਰੱਖ ਕੇ ਸਿਰਫ ਆਪਣੇ ਮਨੋਰਥਾਂ ਨੂੰ ਅੱਗੇ ਰੱਖ ਕੇ ਚੱਲਦਾ, ਜਿਹੜਾ ਇਨਸਾਨੀ ਕਦਰਾਂ ਕੀਮਤਾਂ ਦੀ ਕੀਮਤ ਜਿਹੜੀ ਆ ਉਹ ਮਿੱਟੀ ਦੇ ਵਿੱਚ ਮਿਲਾ ਦਿੰਦਾ ਤੇ ਆਪਣਾ ਜਿਹੜਾ ਮਨੋਰਥ ਆ ਉਹਨੂੰ ਰੱਖ ਕੇ ਅੱਗੇ ਚੱਲਦਾ। ਸੋ ਇੱਕ ਜਿਹੜਾ ਡਾਕਟਰ ਭੀਮਰਾਓ ਅੰਬੇਦਕਰ ਬਾਰੇ ਹੁਣੀ ਐਮਆਰ ਪੌਲ ਸਾਹਿਬ ਗੱਲ ਕਰਕੇ ਗਿਆ, ਉਸ ਤੋਂ ਬਾਅਦ ਉਹਨਾਂ ਨੇ ਵੀ ਇਹ ਗੱਲ ਸਮਝੀ ਕਿ ਸਾਨੂੰ ਇਸ ਬ੍ਰਾਹਮਿਕਲ ਸਿਸਟਮ ਦੇ ਵਿੱਚੋਂ ਨਿਕਲਣ ਵਾਸਤੇ ਸਾਨੂੰ ਇੱਕ ਸਟਰੋਂਗ ਫਾਊਂਡੇਸ਼ਨ ਚਾਹੀਦੀ ਹੈ। ਫਾਊਂਡੇਸ਼ਨ ਕੀ ਸੀਗੀ? ਗੁਰੂ ਗ੍ਰੰਥ ਸਾਹਿਬ ਜੀ ਦਾ ਥਾਟ, ਕਿ ਜੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੰਚ ਥੱਲੇ ਆਉਨੇ ਆ ਤੇ ਸਾਨੂੰ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਥਾਟ ਆ ਜਿੱਥੇ ਹੀ ਸਾਰੇ ਇਕੱਠੇ ਹੋ ਜਾਂਦੇ ਆ। ਹੁਣ ਕੀ ਆ ਜੀ, 2% ਸਿੱਖ ਨਹੀਂ ਬਣਦੇ, 2.5% ਜੀ ਦੂਜੇ ਆਪਣੇ ਜਿਹੜੀਆਂ ਸ਼ਡਿਊਲ ਕਾਸਟਾਂ, ਇਹਨਾਂ ਕਿਹਾ 30% ਜਿਹੜੀਆਂ ਸ਼ਡਿਊਲ ਕਾਸਟਾਂ ਵਾ ਹੋਰ ਮਿਲਾ ਕੇ 89% ਬਣਦੇ ਆ। ਬਟ ਸਾਡੇ ਟੁਕੜੇ ਇੱਦੀ ਬੁਰੀ ਤਰ੍ਹਾਂ ਕੀਤੇ ਆ ਕਿ ਸਾਡੇ ਕੋਈ ਮਿਲਣ ਦਾ ਕੋਈ ਜਿਹੜਾ ਅਸਾਰ ਆ ਲੱਗਦੇ ਨਹੀਂ ਕਿ ਅਸੀਂ ਕਦੀ ਪੰਜਾਬ ਦੇ ਵਿੱਚ ਅਸੀਂ ਕਿਸੇ ਨੂੰ ਮਿਲ ਸਕਾਂਗੇ ਦੁਬਾਰਾ। ਇੰਨੀ ਬੁਰੀ ਤਰ੍ਹਾਂ ਸਾਨੂੰ ਡੈਮੇਜ ਕਰ ਚੁੱਕੇ ਆ। ਸੋ ਸਾਡੇ ਵੱਲੋਂ ਇੱਕ ਇਹ ਹੰਬਲਾ ਮਾਰਿਆ ਜਾ ਰਿਹਾ ਕਿ ਬ੍ਰਦਰਹੁੱਡ ਦਾ ਇੱਕ ਜਿਹੜਾ ਵਿਚਾਰ ਆ ਉਹ ਸਾਹਮਣੇ ਆਵੇ ਤੇ ਬ੍ਰਦਰਹੁੱਡ ਦੇ ਵਿਚਾਰ ਵਾਸਤੇ ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧੁਰਾ ਮੰਨ ਕੇ ਚੱਲਦੀਆਂ ਕਿ ਇੱਕ ਗੁਰੂ ਗ੍ਰੰਥ ਸਾਹਿਬ ਆ ਜਿਹਦੇ ਥੱਲੇ ਸਾਰੇ ਆ ਸਕਦੇ ਆ। ਰਵਿਦਾਸ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ, ਉਹਨਾਂ ਨੇ ਵੀ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਆ। ਆਪਣੇ ਕਬੀਰ ਪੰਥੀ ਵੀ ਉਸੇ ਗੱਲ ਦੇ ਹਾਮੀ ਭਰਦੇ ਆ, ਨਾਮਦੇਵ ਵਾਲੇ ਵੀ। ਸੋ ਸਿੱਖ ਤੇ ਹੈ ਹੀ ਨੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਥਾਟ ਆ ਜਿਹਨੂੰ ਅਸੀਂ ਇਸ ਇਲੈਕਸ਼ਨ ਦੇ ਵਿੱਚ ਚਾਹੁੰਦੇ ਆ ਕਿ ਇਹ ਜਿਹੜਾ ਪਗੜੀ ਧਾਰੀ ਬਾਹਮਣ ਆ, ਚਾਹੇ ਜਿਹੜਾ ਬੋਧੀ ਧਾਰੀ ਬਾਹਮਣ ਆ, ਉਹ ਤੋਂ ਜਿਹੜਾ ਆਮ ਸਿੱਖ ਆਮ ਜਿਹੜੀ ਇੰਡੀਵਿਜੂਅਲ ਉਹਨੂੰ ਬਚਾਇਆ ਜਾਵੇ। ਸੋ ਇਸ ਕਰਕੇ ਜੀ ਇਹ ਯਤਨ ਇਹ ਹੋ ਰਹੇ ਨੇ ਜੀ। ਬਿਲਕੁਲ, ਬਹੁਤ ਵਧੀਆ ਯਤਨ ਆ ਜੀ। ਦੇਖੋ ਜਿਸ ਤਰ੍ਹਾਂ ਕਿ ਨੌਜਵਾਨ ਹਰਸਿਮਰਤ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਟਰਾਈ ਇਹ ਆ ਕਿ ਭੇਦਭਾਵ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੀ ਆਵਾਜ਼ ਲੈ ਕੇ ਚੱਲੀਏ ਤਾਂ ਮੇਰੇ ਖਿਆਲ ਸਮਾਜ ਦੀ ਸਿਰਜਣਾ ਹੋਰ ਵੀ ਵਧੀਆ ਹੋ ਸਕਦੀ ਆ। ਭਜਨ ਸਿੰਘ ਭਿੰਡਰ ਜੀ, ਤਾਂ ਜਿਸ ਤਰ੍ਹਾਂ ਕਿ ਆਪਣੀ ਗੱਲਬਾਤ ਚੱਲ ਰਹੀ ਹੈ ਇੱਕ ਸਮਾਜ ਦੇ ਉੱਤੇ, ਅੱਜ ਆਪਾਂ ਇੱਕ ਬਿੰਦੂ ਕੀਤਾ ਢਾਂਚ ਸਿਸਟਮ ਦੇ ਉੱਤੇ, ਵਿਵਸਥਾ ਦੇ ਉੱਤੇ, ਤੇ ਬਾਹਰਲੇ ਦੇਸ਼ਾਂ ਵਿੱਚ ਤੁਸੀਂ ਇਸ ਵਿਵਸਥਾ ਨੂੰ ਤੋੜਨ ਲਈ ਕੀ ਕਦਮ ਚੁੱਕ ਰਹੇ ਹੋ? ਕੀ ਤੁਹਾਡੀ ਕੀ ਸੋਚ ਆ? ਵੈਲ, ਜਿਹੜੇ ਬਾਹਰਲੇ ਮੁਲਕ ਆ, ਵੀ ਆਰ ਨਾਟ ਰੀਇਨਵੈਂਟਿੰਗ ਦ ਵੀਲ ਜੀ। ਹਾਂਜੀ, ਤੇ ਜਿਹੜਾ ਸਿਸਟਮ ਆ ਉਹ ਹੈਗਾ ਵਾ, ਉਹਨੂੰ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਅਕ੍ਰੋਸ ਆਲ ਦੀ ਸਟ੍ਰੈਟਸ ਜੀ। ਹਾਂਜੀ, ਤੇ ਉਹਦੇ ਵਿੱਚ ਵੇਖੋ ਗੁਰੂ ਗ੍ਰੰਥ ਸਾਹਿਬ ਇੱਕ ਬੜੀ ਯੂਨੀਵਰਸਲ ਬ੍ਰਦਰਹੁੱਡ ਆਫ ਹਿਊਮਨ ਹੈਗੀ ਆ। ਇਹ ਯੂਨੀਵਰਸਲ ਥਾਟ ਆ
ਤੇ ਇਹਨੂੰ ਐਡੇ ਵੱਡੇ ਸਮੁੰਦਰ ਨੂੰ ਤੁਸੀਂ ਕੁਝੇ 'ਚ ਬੰਦ ਕਰਕੇ ਨਹੀਂ ਰੱਖ ਸਕਦੇ ਬਿਲਕੁਲ। ਸੋ ਜਿੰਨੀਆਂ ਕੁਰਬਾਨੀਆਂ, ਤਤੀ ਤਵੀ ਦੇ ਬਹਿਣਾ, ਮੁਸ਼ਕਾਂ ਬੰਨ੍ਹ ਕੇ ਦਰਿਆਵਾਂ ਛੁੱਟਣਾ, ਜੇ ਸਾਡੀ ਕਹਾਣੀ ਮੂਲ ਨਿਵਾਸੀਆਂ ਦੀ ਜੋ ਗੁਰੂ ਗ੍ਰੰਥ ਸਾਹਿਬ ਉਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਬਰੀਕੀ ਦੇ ਨਾਲ ਦਰਜ ਕੀਤੀ ਹੈ, ਜੇ ਉਹਨੂੰ ਪੜ੍ਹਿਆ ਜਾਵੇ ਤੇ ਉਹਦਾ ਕੋਈ ਅੰਤ ਨਹੀਂ, ਜਿੰਨੀਆਂ ਕਿਤਾਬਾਂ ਮਰਜ਼ੀ ਲਿਖੀ ਜਾਓ। ਬਿਲਕੁਲ ਪਰ ਫਿਰ ਵੀ ਅੱਜ ਸੋਚਣ ਤੇ ਇਹ ਵੀਰ ਜੀ ਮਜਬੂਰੀ ਬਣ ਗਈ ਆ ਵੀ ਜਿਹੜਾ ਬੇਗਮਪੁਰੇ ਦਾ ਕਨਸੈਪਟ ਆ, ਜਿੱਥੋਂ ਅਕਾਲ ਤਖਤ ਤੋਂ ਬੇਗਮਪੁਰੇ ਦੀ ਆਵਾਜ਼ ਆਉਣੀ ਸੀ, ਜਿਸ ਹਰਿਮੰਦਰ ਸਾਹਿਬ ਤੋਂ ਇੱਕ ਸਪਿਰਿਚੁਅਲਿਟੀ ਦਾ, ਪਿਓਰਿਟੀ ਦਾ ਥਾਟ ਨਿਕਲਣਾ ਸੀ, ਉੱਥੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਨਾਸ਼ ਡਾਕਟਰਿਨ ਬਣਾਈ ਸੀ, ਨਾਸ਼, ਧਰਮ ਨਾਸ਼, ਸਭ ਕੁਝ ਪਿਤਾ ਦਾ ਨਾਸ਼ ਪ੍ਰਾਣੀਆਂ ਜੀ। ਔਰ ਗੁਰੂ ਨਾਨਕ ਦੇਵ ਜੀ ਨੇ ਨੀਚ ਡਾਕਟਰਿਨ ਬਣਾਈ ਸੀ, ਜਿਹੜੇ ਨਾਮਦੇਵ ਜੀ ਜਿਹੜੇ ਉਹਨਾਂ ਦੇ 1200 ਸਾਲ ਪਹਿਲਾਂ ਨੇ ਨੀਚ ਡਾਕਟਰਿਨ, ਨੀਚੋਂ ਹੂੰ ਅਤ ਨੀਚ, ਵੱਡਿਆਂ ਸੋ ਪਿਆਰੀ ਜੀ। ਔਰ ਸਿੱਖ ਕੌਮ ਦੇ ਔਰ ਮੂਲ ਨਿਵਾਸੀਆਂ ਦੇ ਸਾਹਮਣੇ ਬਹੁਤ ਇੱਕ ਵੱਡਾ ਕੁਐਸਚਨ ਆ ਵੀ ਐਡੀ ਪਵਿੱਤਰ ਥਾਟ ਨੂੰ ਹਰਿਮੰਦਰ ਸਾਹਿਬ ਚੋਂ, ਅਕਾਲ ਤਖਤ ਤੋਂ, ਉੱਥੇ ਓਪਰੈਸਰ ਦੇ ਨਾਲ, ਮੋਦੀ ਵਰਗਿਆਂ ਦੇ ਨਾਲ ਸਾਂਝ ਕਿੱਦਾਂ ਪੈ ਗਈ ਸਾਡੀ? ਜੀ ਇਹ ਬਹੁਤ ਵੱਡਾ ਸਾਡੇ ਤੇ ਇੱਕ ਕੁਐਸਚਨ ਆ ਗਿਆ। ਹਾਂਜੀ, ਸੋ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜੀ ਨਿਓ ਮਾਡਰਨ ਬ੍ਰਾਹਮਣਿਜ਼ਮ, ਨਿਓ ਮਾਡਰਨ ਹਿੰਦੂਇਜ਼ਮ, ਇਹਦੀਆਂ ਬੜੀਆਂ ਬਰੀਕੀਆਂ ਦੇ ਨਾਲ ਕੰਮ ਚੱਲ ਰਹੇ ਨੇ। ਮਿਸਾਲ ਦੇ ਤੌਰ ਤੇ ਡਾਕਟਰ B.R. ਅੰਬੇਦਕਰ ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ, ਇੱਥੇ ਉਹਨਾਂ ਨੇ ਪੈਰ ਰੱਖੇ ਨੇ, ਔਰ ਯਕੀਨ ਕਰਿਓ ਉਹਨਾਂ ਦਾ ਅਮਰੀਕਾ ਦੇ ਵਿੱਚ ਕੋਈ ਬੁੱਤ ਨਹੀਂ, ਕੋਈ ਉਹਨਾਂ ਦੀ ਸੋਚ ਨਹੀਂ, ਕੋਈ ਉਹਨਾਂ ਦੀ ਕਿਤਾਬ ਨਹੀਂ, ਬਹੁਤ ਘੱਟ ਲੋਕ ਜਾਣਦੇ ਨੇ, ਬਿਲਕੁਲ, ਖਾਸ ਕਰਕੇ ਜਿਹੜੇ ਆਮ ਅਮਰੀਕਨ। ਐਗਜ਼ੈਕਟਲੀ। ਔਰ ਗਾਂਧੀ ਜਿਹੜਾ ਕਦੀ ਇੱਥੇ ਆਇਆ ਵੀ ਨਹੀਂ, ਉਹਨੂੰ ਪ੍ਰਮੋਟ ਹੋ ਰਿਹਾ। ਬਿਲਕੁਲ। ਸੋ ਯੂ ਕੈਨ ਸੀ ਇਹ ਜਿਹੜੀ ਅਵਸਥਾ ਹੈ ਕਿਦਾਂ ਬੜੀ ਬਰੀਕੀ ਦੇ ਨਾਲ ਤੁਹਾਡੇ ਵਿੱਚ ਇਹ ਵਿੱਚ ਮਰ ਜਾਂਦੀ ਤੁਹਾਡੇ। ਜੀ। ਸੋ ਅਸੀਂ ਕੀ ਕੀਤਾ, ਕੋਲੰਬੀਆ ਯੂਨੀਵਰਸਿਟੀ ਵਿੱਚ, ਜਿੱਥੋਂ 100 ਸਾਲ ਪਹਿਲਾਂ ਡਾਕਟਰ B.R. ਅੰਬੇਦਕਰ ਗ੍ਰੈਜੂਏਟ ਹੋਏ ਸੀ, ਉਹਨਾਂ ਦਾ 100 ਸਾਲ ਅਸੀਂ ਕੋਲੰਬੀਆ ਯੂਨੀਵਰਸਿਟੀ 'ਚ ਮਨਾਇਆ। ਉੱਥੇ ਅਸੀਂ ਹੈਰਾਨ ਹੋ ਗਏ, ਅਸੀਂ ਸਾਰਾ ਮੂਲ ਨਿਵਾਸੀ ਜੱਗ ਜਿਹੜਾ ਬਾਹਰ ਆ, ਅਸੀਂ ਸੋਚ ਰਹੇ ਹਾਂ ਵੀ ਜਿਹੜੀ ਚੇਅਰ ਹੈ ਡਾਕਟਰ B.R. ਅੰਬੇਦਕਰ ਕੋਲੰਬੀਆ ਯੂਨੀਵਰਸਿਟੀ ਦੀ, ਉਹ ਡਾਕਟਰ B.R. ਅੰਬੇਦਕਰ ਦੀ ਚੇਅਰ ਆ। ਪਰ ਪਤਾ ਲੱਗਾ ਉਹ ਇੱਕ ਬ੍ਰਾਹਮਣ ਦੇ ਨਾਂ ਤੇ ਚੇਅਰ ਆ, ਉਹਦਾ ਨਾਂ ਰੱਖਿਆ D.B.A. ਅੰਬੇਦਕਰ ਚੇਅਰ ਰੱਖਿਆ, ਸਿਰਫ D.B.A. ਦਿੱਤਾ ਸਾਨੂੰ। ਉਹਦੀ ਸੋਚ ਆ ਰੀਕਨਸਾਈਲੇਸ਼ਨ ਆਫ ਗਾਂਧੀਇਜ਼ਮ ਐਂਡ ਅੰਬੇਦਕਰਿਜ਼ਮ। ਉਹ ਚੀਜ਼ਾਂ ਨੂੰ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਹਾਈਲੀ ਇੰਟੈਲੈਕਚੁਅਲ ਡਿਬੇਟ ਕਰਕੇ, ਔਰ ਉਥੋਂ ਬੁਲਾਰੇ ਸੱਦ ਕੇ, ਪ੍ਰੋਫੈਸਰ ਸੱਦ ਕੇ, ਔਰ ਯੂਨੀਵਰਸਿਟੀ ਤਾਈਂ ਇਹ ਗੱਲ ਸਾਰੀ ਲੰਗੀ ਕੀਤੀ ਆ ਵੀ ਅਮਰੀਕਾ ਵਿੱਚ ਵੀ ਕਾਸਟ ਚੱਲ ਰਹੀ ਹੈ। ਜੀ। ਹਾਂਜੀ, ਇੱਕ ਕਾਸਟ ਵਾਲੇ ਬੰਦੇ ਨੂੰ ਦਬਾਉਣ ਦੀ ਖਾਤਰ ਕਿਸ ਤਰੀਕੇ ਨਾਲ ਬ੍ਰਾਹਮਣਿਕਲ ਆਰਡਰ ਨੇ ਚੇਅਰ ਦੇ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ। ਬਿਲਕੁਲ। ਸੈਕੰਡ ਮਿਸਾਲ ਦੇ ਤੌਰ ਤੇ ਇਹ ਆ ਵੀ ਪੋਮੋਨਾ ਕਾਲਜ ਸਾਊਥਰਨ ਕੈਲੀਫੋਰਨੀਆ, ਉੱਥੇ ਪ੍ਰੋਗਰਾਮ ਲੱਗਿਆ K to 12 ਟੀਚਰਾਂ ਦੀ, ਉੱਥੇ ਸੱਦੇ ਜਾਂਦੇ ਆ, ਔਰ ਉੱਥੇ ਜੋ ਇਹ ਸੋਚਦੇ ਧਨੀ ਨੇ ਬੰਦੇ, ਉਹਨਾਂ ਨੇ ਮਜਬੂਰ ਕੀਤਾ ਵੀ ਜਿੰਨੇ ਵੀ ਪੜਾਉਣਾ ਵਾ ਕਿੰਡਰਗਾਰਟਨ ਤੋਂ 12 ਤਾਈਂ, ਉਹਨੂੰ ਗਾਂਧੀਇਜ਼ਮ ਦੇ ਥਰੂ ਤੁਸੀਂ ਐਜੂਕੇਸ਼ਨ ਦਿਓ। ਭਿੰਦਰ ਸਿੰਘ ਜੀ, ਇੱਥੋਂ ਹੀ ਗੱਲ ਆਪਾਂ ਸ਼ੁਰੂ ਕਰਾਂਗੇ। ਪਿਆਰੇ ਦਰਸ਼ਕੋ, ਸਰਦਾਰ ਭਿੰਦਰ ਸਾਹਿਬ ਹੁਣਾਂ ਤੋਂ ਆਪਾਂ ਗੱਲ ਦੁਬਾਰਾ ਸ਼ੁਰੂ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਆ, ਤੁਹਾਡੇ ਨਾਲ ਜੁੜਾਂਗੇ। ਤੁਸੀਂ ਸਾਡੇ ਨਾਲ ਬਣੇ ਰਹਿਣਾ। ਲੈਣੇ ਇੱਕ ਬ੍ਰੇਕ। ਗੈਟ ਪੰਜਾਬੀ ਦੇ ਸੂਝਵਾਨ ਤੇ ਸਤਿਕਾਰਯੋਗ ਦਰਸ਼ਕੋ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਆ। ਲੋਕ ਕਰਦੇ ਆ ਗੱਲਬਾਤ ਸਾਡੇ ਸੂਝਵਾਨ ਜਿਹੜੇ ਸਾਡੇ ਅੱਜ ਮਹਿਮਾਨ ਨੇ। ਹਾਂਜੀ ਪਿੰਡਰ ਸਾਹਿਬ, ਉਹੀ ਗੱਲ ਨੂੰ ਆਪਾਂ ਅੱਗੇ ਤੋਰਦੇ ਹੋਏ ਤੁਸੀਂ ਇਹਨੂੰ ਜਾਰੀ ਰੱਖੋ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਕਨਸੈਪਟ ਅਗਲਾ ਜੀ। ਸੋ ਜਦੋਂ ਆਪਾਂ ਬ੍ਰਾਹਮਣਿਕਲ ਆਰਡਰ ਔਰ ਸਿਸਟਮ ਦੀ ਬ੍ਰਾਹਮਣ ਬੀਇੰਗ ਇਨ ਮਾਈਨੋਰਿਟੀ ਆਲਵੇਜ਼ ਦ ਮੈਜੋਰਿਟੀ, ਬਾਲ ਸਾਹਿਬ ਨੇ ਗੱਲ ਕੀਤੀ ਆ, ਉਹਦੇ ਬੜੇ ਤੁਹਾਡੇ ਸਾਹਮਣੇ ਇੱਕ ਬੜੇ ਸੀਰੀਅਸ ਔਰ ਸਕਸੈਸਫੁਲ ਔਰ ਪ੍ਰੈਕਟੀਕਲ ਨਮੂਨੇ ਨੇ। ਪੋਮੋਨਾ ਕਾਲਜ ਇੱਕ ਹੈ ਜੀ। ਕਿੰਡਰਗਾਰਟਨ ਤੋਂ ਲੈ ਕੇ 12ਵੀਂ ਤਾਈਂ ਜਿਹੜੇ ਸਕੂਲ ਦੇ ਟੀਚਰ ਨੇ, ਉਹਨਾਂ ਨੂੰ ਹਰੇਕ ਸਟੇਟ ਚੋਂ ਜਿਹੜੇ ਟੌਪ ਦੇ ਟੀਚਰ ਇਕੱਠੇ ਕਰਕੇ ਪੋਮੋਨਾ ਕਾਲਜ 2 ਵੀਕ ਦਾ ਕੋਰਸ ਦਵਾਇਆ ਜਾਂਦਾ ਵੀ ਦੁਨੀਆ ਵਿੱਚ ਅਮਨ, ਸ਼ਾਂਤੀ ਔਰ ਖੁਸ਼ਹਾਲਤੀ ਜਿਹੜੀ ਆ ਵਾਇਆ ਬ੍ਰਾਹਮਣਿਜ਼ਮ, ਵਾਇਆ ਗਾਂਧੀਜ਼ਮ ਆਉਣੀ ਆ, ਔਰ ਇਹਨੂੰ ਤੁਸੀਂ ਪੜਾਓ। ਇਹ ਸਾਡੀਆਂ ਇੱਥੇ ਜਿੰਨੇ ਅਸੀਂ ਮੂਲ ਨਿਵਾਸੀ ਲੋਕ ਨੇ, ਪੜ੍ਹੇ ਲਿਖੇ ਨੇ, ਇਹ ਸਾਡੀ ਬਿਲਕੁਲ ਵੇਖ ਦੇ ਥੱਲੇ ਬਿਲਕੁਲ ਇਹ ਕੰਮ ਚੱਲ ਰਿਹਾ। ਉਸ ਤੋਂ ਇਲਾਵਾ ਤੁਸੀਂ ਵੇਖੋ ਵੀ ਜਿਹੜੇ ਤੁਹਾਡੇ ਹੀਰੋਜ਼ ਨੇ ਉਹ ਇੱਥੇ ਜ਼ੀਰੋ ਆ, ਔਰ ਜਿਹੜੇ ਬੰਦੇ ਸਾਡੇ ਹੀਰੋ ਨਹੀਂ ਗਏ ਉਹ ਇੱਥੇ ਆ ਕੇ ਹੀਰੋ ਬਣ ਗਏ, ਬੁੱਤ ਲੱਗ ਰਹੇ ਨੇ, ਦਿਨ ਮਨਾਏ ਜਾਂਦੇ ਨੇ। ਸੋ ਡਾਕਟਰ B.R. ਕਰੋੜਾਂ ਅਰਬਾਂ ਰੁਪਈਆ ਡਾਲਰ ਖਰਚਾ ਕੀਤਾ ਜਾ ਰਿਹਾ ਹੈ। ਬਿਲਕੁਲ। ਸੋ ਡਾਕਟਰ B.R. ਅੰਬੇਦਕਰ ਸਿੱਖ ਫਾਊਂਡੇਸ਼ਨ ਨੇ ਬਹੁਤ ਯਤਨ ਕੀਤਾ, ਔਰ ਸਭ ਤੋਂ ਪਹਿਲਾਂ ਸਾਨੂੰ ਚੈਲੰਜ ਹੋਇਆ
ਕਿ ਅਸੀਂ ਅੰਬੇਦਕਰ ਦਾ ਨਾਂ ਇੱਥੇ ਆਉਣ ਨਹੀਂ ਦੇਣਾ। ਇਹ ਚੈਲੰਜ ਹੋਇਆ ਸੀ ਡਾਕਟਰ ਗੋਇਲ ਵੱਲੋਂ, ਯੂਸੀ ਡੇਵਿਸ ਪੜਾਉਂਦੇ ਨੇ ਜੀ ਜੀ, ਔਰ ਉਹਨਾਂ ਨੂੰ ਕਿਹਾ ਵੀ ਅਸੀਂ ਬੜੀ ਛੇਤੀ ਡਾਕਟਰ ਬੀ ਆਰ ਅੰਬੇਦਕਰ ਦਾ ਨਾਂ ਸਮਾਜ ਕੱਢਾਂਗੇ। ਅਸੀਂ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਉਹਨਾਂ ਦੇ ਰੈਜ਼ੋਲੂਸ਼ਨ ਪਾਸ ਕਰਾਏ, ਜੀ ਜੀ, ਉਤੋਂ ਪ੍ਰੋਗਰਾਮ ਕਰਾਏ, ਸੈਂਟੈਨੀਅਲ ਜਰਨਲ ਤੇ ਬਹੁਤ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ। ਪੌਲ ਸਾਹਿਬ ਦੀਆਂ ਲਿਖਤਾਂ ਵੀ ਆ ਰਹੀਆਂ। ਇਹ ਤੋਂ ਇਲਾਵਾ ਤੁਸੀਂ ਵੇਖੋ ਵੀ ਨਿਓ ਮਾਡਰਨ ਜਿਹੜੀ ਬ੍ਰਾਹਮਣਿਕਲ ਆਰਡਰ ਦੇ ਚੈਲੰਜ ਤੁਹਾਨੂੰ ਹੋਰ ਕੀ ਨੇ ਜੀ। ਪਿੱਛੇ ਜੇ ਕਾਂਗਰਸ ਨੇ ਇੱਕ ਹਾਊਸ ਰੈਜ਼ੋਲੂਸ਼ਨ 417 ਕੱਢਿਆ, ਉਹਦੇ 9 ਪੁਆਇੰਟਸ ਨੇ। ਉਹ ਸਾਰੇ ਪੁਆਇੰਟ ਇਹੋ ਕਹਿੰਦੇ ਆ ਵੀ ਜਿਹੜੇ ਘੱਟ ਗਿਣਤੀਆਂ, ਜਿਹੜੇ ਉੱਥੇ ਮਿਨੋਰਿਟੀ ਰਿਲੀਜਨਸ ਨੇ, ਉਹਨਾਂ ਦੀ ਇੰਡੀਆ ਦੇ ਵਿੱਚ ਪ੍ਰੋਟੈਕਸ਼ਨ ਨਹੀਂ ਗੀ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਮੋਦੀ ਵਰਗੇ ਓਪਰੈਸਰ ਆ, ਇਹਨਾਂ ਨੂੰ ਬਿਲਕੁਲ ਤੁਸੀਂ ਵੀਜ਼ਾ ਇਹਨਾਂ ਦਾ ਬੰਦ ਕਰੋ। ਔਰ ਉੱਥੇ ਦੀ ਜੁਡੀਸ਼ਰੀ ਪੁਲਿਸ ਸਾਰੀ ਹੈ, ਉਹਨਾਂ ਦੀ ਬਹੁਤ ਵੱਡੀ ਐਜੂਕੇਸ਼ਨ ਕਰੋ। ਅਮਰੀਕਾ ਤੇ ਇੰਡੀਆ ਦਾ ਜਿਹੜਾ ਫਿਊਚਰ ਡਾਇਲੌਗ, ਫਿਊਚਰ ਰਿਸ਼ਤਾ, ਉਹ ਇਹਦੀ ਬੁਨਿਆਦ ਦੇ ਉੱਤੇ ਖੜਾ ਹੋਣਾ ਚਾਹੀਦਾ ਵੀ ਘੱਟ ਗਿਣਤੀਆਂ ਦੀ ਉੱਥੇ ਖੁਸ਼ਹਾਲਤਾ ਚਾਹੀਦੀ ਹੈ। ਤੁਸੀਂ ਯਕੀਨ ਕਰੋ, ਤੁਸੀਂ ਗੂਗਲ ਕਰ ਸਕਦੇ ਆ HAF ਐਂਟੀ 417, ਇੰਨਾ ਹੀ ਗੂਗਲ ਕਰ ਲਓ HAF ਐਂਟੀ 417। ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ $1 ਮਿਲੀਅਨ ਸਪੈਂਡ ਕਰ ਚੁੱਕੀ। 2 ਲੌਬੀਜ਼ ਹਾਇਰ ਕੀਤੇ ਆ ਵੀ ਘੱਟ ਗਿਣਤੀਆਂ ਦੀ ਜਿਹੜੀ ਰਿਲੀਜੀਅਸ ਫਰੀडम ਆ, ਉਹ ਅਮਰੀਕਾ ਦੇ ਵਿੱਚੋਂ ਜੇ ਕੋਈ ਅਮਰੀਕਨ ਇੱਥੇ ਦੇ ਅਸੂਲਾਂ ਮੁਤਾਬਕ, ਇੱਥੇ ਦੇ ਲਾਅ ਮੇਕਰ ਸਾਨੂੰ ਇਹ ਚੀਜ਼ਾਂ ਦੇਣੀਆਂ ਚਾਹੁੰਦੇ ਨੇ, ਇੱਥੇ ਵੀ ਨਾ ਸਾਨੂੰ ਮਿਲਣ। ਇਹਦੋਂ ਵੱਡਾ ਮੇਰੇ ਖਿਆਲ ਬ੍ਰਾਹਮਣਿਕਲ ਆਰਡਰ ਦਾ ਤੁਹਾਡੇ ਸਾਹਮਣੇ ਜਿੰਦਾ ਜਾਗ ਦੀ ਕੋਈ ਮਿਸਾਲ ਨਹੀਂ ਹੋ ਸਕਦੀ ਜੀ, ਨਹੀਂ ਹੋ ਸਕਦੀ, ਬਿਲਕੁਲ। ਸੋ ਸਾਡਾ ਜਿਹੜਾ ਕੰਮ ਆ ਵੀਰ ਜੀ, ਗੈਟ ਪੰਜਾਬੀ ਬਹੁਤ ਤਗੜਾ ਉਦਮ ਕਰ ਰਹੇ ਤੁਸੀਂ। ਥੈਂਕ ਯੂ ਜੀ, ਥੈਂਕ ਯੂ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੜੇ ਫੋਰਮ ਨੇ, ਅਸੀਂ ਸਾਰਾ ਬ੍ਰਦਰਹੁੱਡ ਬਣਾਈਏ ਜਿੱਦਾਂ ਪੌਲ ਸਾਹਿਬ ਨੇ ਕਿਹਾ। ਔਰ ਇਹ ਬੜੀ ਸੀਰੀਅਸ ਹੈਗੀ ਆ ਸਾਨੂੰ ਚੈਲੰਜ, ਔਰ ਇਹ ਅਮਰੀਕਾ ਦਾ ਵੀ ਨੁਕਸਾਨ ਕਰ ਸਕਦੀ ਹੈ ਇਸ ਨੂੰ ਨਾ ਕਾਬੂ ਕੀਤਾ। ਜੀ 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 ਜੀ। ਭਿੰਡਰ ਸਾਹਿਬ ਬਹੁਤ ਬਹੁਤ ਧੰਨਵਾਦ, ਕਿਉਂਕਿ ਗੈਟ ਪੰਜਾਬੀ ਦਾ ਤਾਂ ਇੱਕ ਹਰ ਵਕਤ ਹੀ ਉਪਰਾਲਾ, ਹਰ ਸਮੇਂ ਉਪਰਾਲਾ ਕਿ ਤੁਹਾਡੇ ਵਰਗੀਆਂ ਸ਼ਖਸੀਅਤਾਂ ਇਸ ਗੈਟ ਪੰਜਾਬੀ ਦੇ ਮੰਚ ਤੇ ਆ ਕੇ ਵੱਖ-ਵੱਖ ਐਂਗਲਾਂ ਤੋਂ ਜਿਹੜੀਆਂ ਕਿ ਲੋਕਾਂ ਨੂੰ ਜਾਂ ਸਾਡੇ ਸਮਾਜ ਦੇ ਵਿੱਚ ਕਈ ਅਜਿਹੀਆਂ ਸ਼੍ਰੇਣੀਆਂ ਨੇ ਜਿਨ੍ਹਾਂ ਨੂੰ ਕਈ ਗੱਲਾਂ ਦਾ ਨਹੀਂ ਪਤਾ ਕਿ ਸਾਡੇ ਨਾਲ ਕੀ ਹੋ ਰਿਹਾ, ਹੋਰ ਜਾਤੀਆਂ ਦੇ ਨਾਲ ਕੀ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ। ਇਹ ਇੱਕ ਸਾਡਾ ਫਰਜ਼ ਹੈ ਗੈਟ ਪੰਜਾਬੀ ਦਾ ਕਿ ਤੁਹਾਡੇ ਵਰਗੀਆਂ ਸ਼ਖਸੀਅਤਾਂ ਨੂੰ ਅਸੀਂ ਟਾਈਮ ਟੂ ਟਾਈਮ ਲੈ ਕੇ ਆਈਏ, ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਜਾਣ ਸਕਣ ਕਿ ਸਾਡੇ ਨਾਲ ਕੀ ਹੋ ਰਿਹਾ, ਸਮਾਜ ਦੇ ਵਿੱਚ ਕੀ ਹੋ ਰਿਹਾ, ਤੇ ਉਸ ਨੂੰ ਸੁਧਾਰਨ ਲਈ ਅਸੀਂ ਕੀ ਕਰਨਾ। ਲੋ ਡਾਕਟਰ ਸਾਹਿਬ, ਮੇਰੇ ਨਾਲ ਡਾਕਟਰ ਅਮਰੀਕ ਸਿੰਘ ਜੀ। ਅਮਰੀਕ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਤੇ ਮੈਂ ਤੁਹਾਨੂੰ ਪੁੱਛਦਾ, ਜਿਵੇਂ ਕਿ 16ਵੀਆਂ ਲੋਕ ਸਭਾ ਚੋਣਾਂ ਦਾ ਆਪਾਂ ਹੁਣ ਹਿੰਦੁਸਤਾਨ 'ਚ ਦੇਖਦੇ ਹਾਂ, ਪੰਜਾਬ ਦੇ ਬਿਗਲ ਵੱਜਿਆ ਪਿਆ, ਰੌਲਾ ਗੌਲਾ ਪੂਰਾ, ਜਾਨੀ ਕਿ ਹਰ ਇੱਕ ਦਾ ਜ਼ੋਰ ਲੱਗਿਆ ਪਿਆ। ਪਰ ਕਈ ਜਿਹੜੇ ਲੋਕ ਨੇ, ਆਪਾਂ ਆਮ ਸੋਚਦੇ ਹਾਂ ਕਿ ਜਿਹੜੇ ਸ਼ਹਿਰੀ ਲੋਕ ਆ ਉਹ ਬੜੇ ਜੀ ਐਕਟਿਵ ਲੋਕ ਨੇ, ਬੜੇ ਸਮਝਦਾਰ ਲੋਕ ਨੇ, ਵੋਟ ਨੂੰ ਸੋਚ ਦੇ ਨਾਲ ਕੰਬੀਨੇਸ਼ਨ ਕਰਕੇ ਪਾਉਣਗੇ। ਪਰ ਪਿੰਡਾਂ ਦੇ ਵਿੱਚ ਵੀ ਬੜਾ ਇਹੋ ਜਿਹਾ ਤਬਕਾ ਜਿਹੜਾ ਹਜੇ ਬਹੁਤ ਬਲੋ ਪਿਆ, ਜਿਸ ਤਰ੍ਹਾਂ ਕਿ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਹਜੇ ਉਹਨਾਂ ਨੂੰ ਉਠਾਉਣ ਦੀ ਲੋੜ ਆ। ਪਰ ਉਸ ਅਵਸਥਾ ਨੂੰ ਤੁਸੀਂ ਕਿਸ ਤਰ੍ਹਾਂ ਆਪਾਂ ਉਹਨਾਂ ਲੋਕਾਂ ਨੂੰ ਸੇਧ ਦੇ ਸਕਦੇ ਹਾਂ, ਕੀ ਸਮਾਜ ਨੂੰ ਉਹ ਸੇਧ ਦੇ ਸਕਦੇ ਹਾਂ ਤਾਂ ਕਿ ਉਹਨਾਂ ਲੋਕਾਂ ਨੂੰ ਅਸਲ ਚੀਜ਼ ਦਾ ਪਤਾ ਲੱਗ ਸਕੇ? ਦੇਖੋ, 16ਵੀਂ ਲੋਕ ਸਭਾ ਇਸ ਸਮੇਂ ਆਈ ਹੈ ਜਿਨ੍ਹਾਂ ਕੀਮਤਾਂ ਤੇ ਆਜ਼ਾਦੀ ਅੰਦੋਲਨ ਨੂੰ ਜੀ ਜੀ ਆਧਾਰਿਤ ਕੀਤਾ ਕੁਝ ਸਵਾਂਗੀਆਂ ਨੇ, ਜੀ ਜੀ, ਪਖੰਡੀਆਂ ਨੇ, ਬਿਲਕੁਲ। ਉਹ ਕੀਮਤਾਂ ਦਾ ਜਨਾਜ਼ਾ ਨਿਕਲ ਚੁੱਕਿਆ। ਹੁਣ ਸਭ ਜਿੰਨੀਆਂ ਪਾਰਟੀਆਂ ਨੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਲੱਭ ਰਿਹਾ, ਕਿਉਂਕਿ ਅਨਪੜ੍ਹ ਤੋਂ ਅਨਪੜ੍ਹ, ਜਿਨ੍ਹਾਂ ਨੂੰ ਇਹ ਨੀਚ ਕਹਿੰਦੇ ਆ, ਨੀਚ ਤੋਂ ਨੀਚ ਤੱਕ, ਉਹਨਾਂ ਨੂੰ ਇਹਨਾਂ ਦੇ ਪਖੰਡਾਂ ਦਾ ਪਤਾ ਲੱਗ ਚੁੱਕਾ। ਬਿਲਕੁਲ ਬਿਲਕੁਲ ਜੀ। ਪਰ ਉਸ ਦਾ ਬਦਲ ਜਿਹੜਾ ਹੈ ਉਹ ਕਿਸੇ ਕੋਲ ਨਹੀਂ ਹੈ। ਉਸ ਦਾ ਕੋਈ ਵੀ ਚਾਨਣ ਮੁਨਾਰਾ ਬਣ ਕੇ ਕਿਹੜੀ ਪਾਰਟੀ ਅੱਗੇ ਆਵੇ, ਉਹ ਅਜਿਹੀ ਕੋਈ ਨਜ਼ਰ ਨਹੀਂ ਆ ਰਹੀ। ਜੀ ਜੀ। ਲੋਕ ਸਤੇ ਹੋਏ ਉਹ ਚੂਜ਼ ਕਰਨਾ ਚਾਹੁੰਦੇ ਕਿਹੜੀ ਚੀਜ਼ ਨੂੰ ਲੈ ਕੇ ਕਨਫਿਊਜ਼ ਹੋਏ ਪਏ। ਸੋ ਹੁਣ ਤੁਸੀਂ ਦੇਖੋ, ਜਿੰਨਾ ਭ੍ਰਿਸ਼ਟਾਚਾਰ ਬੈਂਕਾਂ ਦੇ ਵਿੱਚ, ਸਵਿਸ ਬੈਂਕ ਦੇ ਵਿੱਚ ਜਿੰਨਾ ਧਨ ਭਾਰਤ ਦਾ ਦੱਸਿਆ ਜਾਂਦਾ ਹੈ ਵੀ ਜੋ ਧਨ ਆ ਜੇ ਤਾਂ ਇਹ 1 ਬਿਲੀਅਨ ਜਿਹੜਾ ਹੈ ਤੇ 30 ਕਰੋੜ ਜਿਹੜੇ ਲੋਕ ਨੇ ਇਹ ਸਾਰੇ ਖੁਸ਼ਹਾਲ ਹੋ ਸਕਦੇ। ਬਿਲਕੁਲ। ਪਰ ਜਦੋਂ ਵੀ ਉਹ ਗੱਲ ਆਉਂਦੀ ਹੈ, ਉਹ ਸਾਰੇ ਜਿਹੜੇ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਦਬਾਇਆ ਜਾਂਦਾ, ਉਸ ਪੱਖ ਨੂੰ ਦਬਾ ਲਿਆ ਜਾਂਦਾ। ਬਿਲਕੁਲ। ਸੋ ਇਹ ਜਿਹੜੀ ਗੱਲ ਹੈ ਪਿਛਲੇ 300 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ, ਜਿਹੜੀ ਬਹੁਤ ਜਨ ਹੈ ਜੀ ਜੀ,
ਬਹੁਜਨ ਦੇ ਭਲੇ ਦਾ ਜਿਹੜਾ ਗਿਆਨ ਹੈ, ਬਹੁਜਨ ਭਲੇ ਦੇ ਲਈ ਜੋ ਕਾਰਗਰ ਹੋ ਸਕਦਾ ਹੈ, ਜੀ ਜੀ, ਉਸ ਗਿਆਨ ਨੂੰ ਪਹਿਲੀ ਗੱਲ ਤੇ ਤੋੜਿਆ ਮਰੋੜਿਆ ਜਾ ਰਿਹਾ ਹੈ। ਉਸ ਗਿਆਨ ਦੇ ਜਿਹੜੇ ਉੱਤਰਾਧਿਕਾਰੀ ਨੇ ਜਾਂ ਰਿਪਰੈਜ਼ੈਂਟੇਟਿਵ ਨੇ ਜਿਹੜੇ, ਜੀ ਜੀ ਜੀ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਤਿਹਾਸ ਤੋੜਿਆ ਮਰੋੜਿਆ ਜਾ ਰਿਹਾ ਹੈ। ਸੋ ਗ੍ਰੰਥ ਜਿਹੜੇ ਚਾਨਣ ਮੁਨਾਰਾ ਹੋ ਸਕਦੇ ਨੇ, ਉਹਨਾਂ ਤੇ ਹਮਲਾ ਹੈ। ਬਿਲਕੁਲ ਬਿਲਕੁਲ। ਸੋ ਇਹ ਮੂਲ ਨਿਵਾਸੀ ਸੋਚ ਤੇ ਇੱਕ ਬਹੁਤ ਭਾਰੀ ਹਮਲਾ ਹੈ। ਤੇ ਹੁਣ 16ਵੀਂ ਲੋਕ ਸਭਾ ਦੇ ਵਿੱਚ ਇਸ ਟਾਈਮ ਜਿਹੜਾ ਵੋਟਰ ਹੈ ਉਹ ਬਹੁਤ ਹੀ ਜ਼ਿਆਦਾ ਕਨਫਿਊਜ਼ਡ ਹੈ। ਜਾਂ ਕਨਫਿਊਜ਼, ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਪਤਾ ਨਹੀਂ ਕਰੀਏ। ਲੱਗਦਾ ਕੌਣ ਸੱਚ ਬੋਲ ਰਿਹਾ ਹੈ। ਬਿਲਕੁਲ ਬਿਲਕੁਲ, ਉਹ ਸਾਰੇ ਇੱਕੋ ਹੀ ਤੱਕ ਉਹਨਾਂ ਨੂੰ ਨਜ਼ਰ ਦੇ ਨਾਲ ਤੇ ਇੱਕੋ ਸੋਚ ਦੇ ਨਾਲ ਸੋਚਦੇ ਨੇ। ਸੋ ਹੁਣ ਇੱਥੇ ਇਸ 16ਵੀਂ ਲੋਕ ਸਭਾ ਦਾ ਜਿਹੜਾ ਵੋਟਰ ਹੈ, ਅੱਜ ਉਹਨਾਂ ਲਈ ਇੱਕੋ ਸੁਨੇਹਾ ਹੈ ਕਿ ਪਹਿਲੀ ਗੱਲ ਤੇ ਉਹ ਆਪਣੇ ਜਿਹੜੇ ਹੀਰੋ ਪਛਾਣਨ, ਇਤਿਹਾਸ ਦੇ ਵਿੱਚ ਕੌਣ ਨੇ ਹੀਰੋ। ਬਿਲਕੁਲ ਬਿਲਕੁਲ। ਉਹਨਾਂ ਨੂੰ ਇਤਿਹਾਸ ਤੋਂ ਵਾਂਝਿਆ ਰੱਖਿਆ ਗਿਆ, ਉਹਨਾਂ ਨੂੰ ਉਹਨਾਂ ਦੇ ਗ੍ਰੰਥਾਂ ਤੋਂ ਵਾਂਝਿਆ ਰੱਖਿਆ ਗਿਆ, ਉਹਨਾਂ ਦੇ ਸਕੂਲਾਂ ਦੇ ਵਿੱਚ ਜੋ ਪੜਾਇਆ ਗਿਆ ਸਭ ਪਖੰਡ ਪੜਾਇਆ ਗਿਆ। ਸੋ ਜਿਸ ਦੇਸ਼ ਦੀ ਨੀਹਾਂ 'ਚ ਜਿਨ੍ਹਾਂ ਸ਼ਹੀਦਾਂ ਦਾ ਖੂਨ ਪਿਆ ਹੈ, ਉਹ ਸ਼ਹੀਦਾਂ ਦਾ ਨਾਂ ਨਹੀਂ ਲਿਆ ਜਾ ਰਿਹਾ। ਸੋ ਇਸ ਦੇਸ਼ ਦੀ ਜਿਹੜੀ ਰਾਜਨੀਤੀ ਉਹ ਕਿਵੇਂ ਸਿਹਤਮੰਦ ਹੋ ਸਕਦੀ ਹੈ। ਬਿਲਕੁਲ। ਸੋ ਇਸ ਕਰਕੇ ਇਹ ਜਿਹੜਾ ਇੱਕ 85% ਮੂਲ ਨਿਵਾਸੀ ਹੈ ਜਿਹੜਾ, ਜੀ ਜੀ, ਉਹਨਾਂ ਦਾ ਜੋ ਗਿਆਨ ਹੈ, ਜੀ। ਪਹਿਲੀ ਗੱਲ ਤੇ ਉਹਨਾਂ ਨੂੰ ਉਪਲਬਧ ਕੀਤਾ ਜਾਵੇ ਜੀ। ਤੇ ਸਾਡੇ ਕੋਲ ਜਿਸ ਮੁਲਕ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਸਾਰੀਆਂ ਵੱਡੀਆਂ ਫਿਲਾਸਫੀਜ਼ ਜਿਹੜੀਆਂ ਹੈ ਉਹ ਇਸ ਮੁਲਕ 'ਚ ਪੈਦਾ ਹੋਈਆਂ ਹੈ, ਬੁੱਧਾ ਇੱਥੇ ਹੋਇਆ ਹੈ, ਜਿੰਨੇ ਵੇਦ ਤੇ ਜਿੰਨੇ ਸਭ ਇੱਥੇ ਰਚੇ ਗਏ ਨੇ, ਜੀ ਜੀ, ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੈ। ਜਿੱਥੇ ਇੰਨਾ ਕੁਝ ਹੋਵੇ, ਉਹ ਦੇਸ਼ ਦੁਨੀਆ ਦੇ ਨਕਸ਼ੇ ਤੇ ਉਹ ਸਭ ਤੋਂ ਮਾੜੀ ਹਾਲਤ ਵਿੱਚ ਹੋਵੇ, ਕਿਵੇਂ ਹੋ ਸਕਦਾ? ਬਿਲਕੁਲ ਬਿਲਕੁਲ। ਸਮਥਿੰਗ ਇਜ਼ ਰੋਂਗ। ਕੋਈ ਗਲਤੀ ਹੈ ਕਿਤੇ। ਬਿਲਕੁਲ। ਅੱਜ ਲੋੜ ਕੀ ਹੈ? ਅੱਜ ਹਰ ਇੱਕ ਦੇਸ਼ ਵਾਸੀ ਨੂੰ, ਭਾਵੇਂ ਉਹ ਝੁੱਗੀ 'ਚ ਰਹਿ ਰਿਹਾ ਹੈ, ਭਾਵੇਂ ਉਹ ਕਿਤੇ ਵੀ ਰਹਿ ਰਿਹਾ ਹੈ, ਉਹ ਜਾਵੇ, ਕਿਸੇ ਲਾਇਬ੍ਰੇਰੀ 'ਚ ਜਾਵੇ, ਕਿਤੇ ਜਾਵੇ, ਉਹ ਆਪਣੀ ਹਿੰਮਤ ਦੇ ਨਾਲ ਖੋਜ ਕਰੇ ਕਿ ਸਾਡੇ ਹੀਰੋ ਕੌਣ ਨੇ, ਸਾਡੇ ਸਮਾਜ ਨੂੰ ਪਾਰ ਲੰਘਾਉਣ ਵਾਲੇ, ਜਾਂ ਇਸ ਦੇਸ਼ ਨੂੰ ਬਚਾਉਣ ਵਾਲੇ, ਸਹੀ ਸੇਧ ਦੇਣ ਵਾਲੇ ਉਹ ਕਿਹੜੇ ਨੇ। ਜੀ ਜੀ, ਉਹਨਾਂ ਨੂੰ ਆਪ ਖੋਜ ਕਰਨੀ ਪਏਗੀ। ਇਹਨਾਂ ਦੇ ਗੱਲਾਂ 'ਚ ਨਹੀਂ ਆਣਾ। ਤੇ ਇਹ ਸਦਾ ਹੀ ਝੂਠ ਨੂੰ ਸੱਚ ਬਣਾ ਕੇ ਨਵੇਂ ਉਹਨੂੰ ਡਰੈਸਿੰਗ ਕਰਕੇ ਇਹ ਝੂਠ ਜਿਹੜਾ ਹੈ ਉਹ ਪਰੋਸਿਆ ਜਾਂਦਾ ਹੈ, ਅੱਜ ਵੀ ਪਰੋਸਿਆ ਜਾ ਰਿਹਾ ਹੈ। ਸੋ ਇਸ ਕਰਕੇ ਹਰ ਵੋਟਰ ਨੂੰ ਇੱਕ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪ ਖੋਜ ਕਰੇਗਾ, ਉਹ ਆਪ ਕਿਸੇ ਤੋਂ ਗਿਆਨ ਲਏਗਾ, ਉਹ ਲੈ ਕੇ ਇਸ ਦੇਸ਼ ਦੀ ਜਿਹੜੀ ਹੈ ਰਾਜਨੀਤੀ ਨੂੰ ਉਹ ਬਦਲਣ ਦਾ ਜਿਹੜਾ ਜਿੰਮਾ ਆਪਣੇ ਸਿਰ ਲਏਗਾ, ਤਾਂ ਹੀ ਇਸ ਦੇਸ਼ ਦਾ ਭਲਾ ਹੋ ਸਕਦਾ। ਡਾਕਟਰ ਸਾਹਿਬ, ਇੱਥੇ ਮੈਂ ਇੱਕ ਗੱਲ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ। ਜਿਸ ਤਰ੍ਹਾਂ ਕਿ ਬਹੁਜਨ ਸਮਾਜ ਪਾਰਟੀ ਹੈ, ਜਿੱਥੋਂ ਕਿ ਸਰਬਜੀਤ ਸਿੰਘ ਜੀ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਮੇਰੇ ਖਿਆਲ ਚੋਣ ਲੜ ਰਹੇ ਨੇ, ਤੇ ਦੂਸਰੇ ਪਾਸੇ ਜਿਹੜੀ ਆਮ ਆਪਾਂ ਕਹਿੰਦੇ ਆ ਕਿ ਤੀਜੀ ਧਿਰ ਆਈ ਆ, ਉਹ ਹੈ ਕੇਜਰੀਵਾਲ ਵਾਲੀ ਆਮ ਆਦਮੀ ਪਾਰਟੀ, ਰਾਈਟ। ਇਹਦਾ ਸਰਬਜੀਤ ਸਿੰਘ ਖਾਲਸਾ ਜੀ ਉਹਨਾਂ ਦੇ ਵਿੱਚ ਵੀ ਜਾ ਸਕਦੇ ਸੀਗੇ। ਇਹਨਾਂ ਨੇ ਕਾਰਨ ਕੀ ਹੋਇਆ ਕਿ ਬਹੁਜਨ ਸਮਾਜ ਪਾਰਟੀ ਨੂੰ ਇਹਨਾਂ ਨੇ ਪਿਕ ਕੀਤਾ, ਤੇ ਉਹ ਹਾਲਾਂਕਿ ਉਹਨਾਂ ਦਾ ਜੋ ਕਹਿੰਦੇ ਆ ਜੀ ਉਹ ਸੱਚਾਈ ਤੇ ਆ, ਉਹਨਾਂ ਦੇ ਆ ਮਤਲਬ ਏਜੰਡੇ ਨੇ, ਇਹਦੇ ਬਾਰੇ ਸਾਨੂੰ ਥੋੜਾ ਜਿਹਾ ਬਰੀਫਲੀ ਦੱਸੋਗੇ ਤੁਸੀਂ? ਦੇਖੋ ਜੀ, ਮੈਂ ਇਹ ਕਹਾਂਗਾ ਸਰਬਜੀਤ ਸਿੰਘ ਹੋਰਾਂ ਦਾ ਜਿਹੜਾ ਫੈਸਲਾ ਹੈ ਉਹ ਬਹੁਤ ਹੀ ਸਹੀ ਫੈਸਲਾ। ਉਹ ਬਹੁਤ ਸਿਆਣੇ ਉਮੀਦਵਾਰ ਨੇ। ਕੇਜਰੀਵਾਲ ਜੀ ਆਏ ਨੇ, ਉਹ ਗਾਂਧੀ ਟੋਪੀ ਲੈਂਦੇ ਨੇ, ਗਾਂਧੀ ਦੀ ਸਮਾਧ ਤੋਂ ਆਪਣਾ ਉਹ ਕੈਂਪੇਨ ਸ਼ੁਰੂ ਕਰਦੇ ਨੇ, ਤੇ ਇਸ ਦੇਸ਼ ਦੀ ਇੱਕੋ ਜੇ ਬਦਕਿਸਮਤੀ ਆ ਤੇ ਉਹ ਗਾਂਧੀ ਆ ਜੀ। ਪਿਆਰੇ ਦਰਸ਼ਕੋ, ਇੱਥੇ ਮੈਂ ਤੁਹਾਨੂੰ 1 ਮਿੰਟ ਮੈਂ ਡਾਕਟਰ ਸਾਹਿਬ ਤੁਹਾਡਾ ਲੈਣਾ ਚਾਹੁੰਦਾ। ਆਸ਼ੂ ਜੀ, ਕੈਨ ਯੂ ਸ਼ੋ ਦ ਪਿਕਚਰ? ਹਾਂ ਪਿਆਰੇ ਦਰਸ਼ਕੋ, ਜੋ ਸਕਰੀਨ ਤੇ ਤੁਸੀਂ ਪਿਕਚਰ ਵੇਖ ਰਹੇ ਹੋ, ਸਰਬਜੀਤ ਸਿੰਘ ਖਾਲਸਾ ਜੀ ਜਿਹੜੇ ਕਿ ਸ਼ਹੀਦ ਬੇਅੰਤ ਸਿੰਘ ਜੀ ਦੇ ਬੇਟੇ ਨੇ, ਬਹੁਤ ਮਹਿਨਾਜ਼ ਹਸਤੀ, ਸਲੂਟ ਹੈ ਇਹਨਾਂ ਨੂੰ। ਇਹ ਫਤਿਹਗੜ੍ਹ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਲਈ ਜਿਹੜੇ ਉਮੀਦਵਾਰ ਐਲਾਨੇ ਗਏ ਨੇ। ਹਾਂਜੀ ਡਾਕਟਰ ਸਾਹਿਬ। ਸੋ ਇਹ ਸਭ ਤੋਂ ਵੱਡੀ ਬਦਕਿਸਮਤੀ ਸਾਡੀ ਮੋਹਨ ਕਰਮਚੰਦ ਗਾਂਧੀ ਜੀ ਨੇ। ਕਾਰਨ ਸਭ ਨੂੰ ਪਤਾ ਹੈ, ਇੱਕ ਮਹਾਨ ਸਪੂਤ ਡਾਕਟਰ ਭੀਮ ਰਾਓ ਅੰਬੇਦਕਰ, ਜਿਨ੍ਹਾਂ ਦਾ ਮੈਂ ਬਹੁਤ ਲਿਖਤਾਂ ਪੜ੍ਹੀਆਂ ਨੇ, ਇੱਕ ਉਹ ਜੀਨੀਅਸ ਜਿਹਦੇ ਸਾਰੀ ਦੁਨੀਆ ਨੂੰ ਮਾਣ ਹੋ ਸਕਦਾ ਹੈ,
ਪਰ ਉਹਨਾਂ ਦੀ ਲਿਖਤਾਂ ਨੂੰ ਇੰਨਾ ਸੀਮਤ ਕਰਕੇ ਇੱਕ ਦਲਿਤ ਸਮਾਜ ਦੇ ਨਾਲ ਜੋੜ ਕੇ ਉਹਨੂੰ ਇੰਨਾ ਛੋਟਾ ਕਰ ਦਿੱਤਾ ਹੈ ਕਿ ਹਰ ਇੱਕ ਡਾਕਟਰ B.R. ਅੰਬੇਦਕਰ ਨੂੰ ਇੱਕ ਦੂਜੀ ਨਜ਼ਰ ਨਾਲ ਦੇਖਿਆ ਜਾਂਦਾ ਹਾਂ ਹੈ। ਡਾਕਟਰ ਸਾਹਿਬ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰਾਂਗੇ। ਪਿਆਰੇ ਦਰਸ਼ਕੋ, ਡਾਕਟਰ ਸਾਹਿਬ ਹੁਣਾਂ ਨਾਲ ਇੱਥੋਂ ਹੀ ਆਪਾਂ ਗੱਲ ਦੁਬਾਰਾ ਸ਼ੁਰੂ ਕਰਾਂਗੇ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ, ਸਾਡੇ ਨਾਲ ਬਣੇ ਰਹਿਣਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਗੈਟ ਪੰਜਾਬੀ ਦੇ ਸੂਝਵਾਨ ਤੇ ਸਤਿਕਾਰਯੋਗ ਦਰਸ਼ਕੋ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਆ। ਗੱਲਬਾਤ ਕਰਦੇ ਆ ਡਾਕਟਰ ਸਾਹਿਬ ਉਹਨਾਂ ਨਾਲ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਕੇਜਰੀਵਾਲ ਦੀ, ਉੱਥੋਂ ਹੀ ਆਪਾਂ ਦੁਬਾਰਾ ਗੱਲ ਸ਼ੁਰੂ ਕਰਦੇ ਆ ਕਿ ਉਸ ਚੀਜ਼ ਨੂੰ ਤੁਸੀਂ ਉਸ ਪੱਖ ਨੂੰ ਕਿਸ ਤਰ੍ਹਾਂ ਲੈ ਰਹੇ ਹੋ। ਮੈਂ ਇੱਥੇ ਗੁਰਬਾਣੀ ਦੀਆਂ ਕੁਝ ਸਤਰਾਂ ਨੇ ਜੀ ਜੀ। ਵਿਖਿਆ ਕਾ ਸਭ ਧੰਦ ਪਸਾਰ, ਵਿਰਲੇ ਕੀਨੋ ਨਾਮ ਉਧਾਰ, ਬਿਰਲੇ ਕੋਈ ਨਾਮ ਦਾ ਵਿਰਲੇ ਕੀਨੋ ਨਾਮ ਉਧਾਰ, त्रिविध रही माया व्याप, त्रिविध रही माया व्याप, जो लपटानो तिस दुख संताप। जी जी, वाहिगुरु। सुख नाही बिन नाम ते आए, सुख नाही बिन नाम ते आए, नाम निधान बड़भागी पाए। कर्म वाले पाਉਂਦੇ ਜੀ। स्वांगी से जो मन रजावे, स्वांगी से जो मन रजावे, स्वांग उतारिया फिर पछतावे। ਸਵਾਂਗ ਜਿਹੜਾ ਹੈ ਇਹ ਸਵਾਂਗੀ ਹੁਣ ਸਾਡੀ ਪੋਲਿਟਿਕਸ ਨੇ, ਸਵਾਂਗੀ ਹੀ ਸਾਡੇ ਧਰਮ ਚ ਨੇ, ਸਵਾਂਗੀ ਹੀ ਸਾਡੇ ਸਮਾਜ ਦੇ ਵਿੱਚ ਨੇ। ਉਹ ਸਵਾਂਗੀਆਂ ਨੂੰ ਹੀ ਉਤਾਰ ਰਹੇ ਹਾਂ ਅਸੀਂ, ਤੇ ਦੁੱਖ ਦਾ ਕਾਰਨ ਸਾਡਾ ਇਹ ਹੈ। ਮੇਨ ਸੋ ਇਹ ਸਵਾਂਗ ਰਚਾ ਰਹੇ ਨੇ ਹੁਣ ਕੇਜਰੀਵਾਲ ਹੋਣ, ਭਾਵੇਂ ਗਾਂਧੀ ਹੋਣ, ਭਾਵੇਂ ਆਪਣੇ ਹਜ਼ਾਰੇ ਜੀ ਹੋਣ, ਇਹ ਸਵਾਂਗ ਹੈ। ਵਰਤ ਰੱਖ ਲਿਆ, ਕੌਣ ਮਰਿਆ ਵਰਤ ਰੱਖ ਕੇ? ਇੱਕ ਸਾਨੂੰ ਇੱਕੋ ਨਾਮ ਨਜ਼ਰ ਆਉਂਦਾ ਹੈ ਜਿਹੜਾ ਦਰਸ਼ਨ ਸਿੰਘ ਫੇਰੂਮਾਨ ਜੀ। ਕਿੰਨੇ ਵਾਰੀ ਇਹਨਾਂ ਨੇ ਵਰਤ ਰੱਖ ਕੇ ਆਪਣਾ ਕਿਹਾ, ਉਹ ਤੋਂ ਭੱਜੇ ਨੇ। ਇਹ ਸਵਾਂਗ ਹੈ। ਇਹ ਸਵਾਂਗ ਦੇ ਨਾਲ ਦੇਸ਼ ਦੀ ਪੋਲਿਟਿਕਸ ਨਹੀਂ ਚੱਲ ਸਕਦੀ। ਇਹਨੂੰ ਸੱਚ ਦੇ ਧਰਾਤਲ ਤੇ ਉਤਰਨਾ ਪਏਗਾ, ਤੇ ਉਹ ਸੱਚ ਧਰਾਤਲ ਨੀਚਾਂ ਅੰਦਰ ਨੀਚ ਜਾਤ ਜਿਹੜੀ ਹੈ ਉੱਥੋਂ ਸੱਚ ਸ਼ੁਰੂ ਹੁੰਦਾ ਹੈ। ਜੇ ਉੱਥੋਂ ਸ਼ੁਰੂ ਕਰਕੇ ਜੇ ਪੋਲਿਟਿਕਸ ਨਹੀਂ ਸ਼ੁਰੂ ਕਰਦੇ ਤਾਂ ਇਹ ਦੇਸ਼ ਦਾ ਭਵਿੱਖ ਬਹੁਤ ਹੀ ਧੁੰਦਲਾ ਹੈ। ਬਿਲਕੁਲ। ਹਾਂਜੀ ਪਿੰਡਰ ਸਾਹਿਬ, ਆਪਣੇ ਕੋਲੇ ਮਿੰਟ ਥੋੜੇ ਰਹਿ ਗਏ ਨੇ। ਅਖੀਰ ਦੇ ਵਿੱਚ ਤੁਹਾਡਾ ਕੀ ਕਹਿਣਾ ਵਾ, ਕੀ ਮੈਸੇਜ ਹੈ ਸਰ? ਦੇਖੋ ਜੀ, ਬੜੇ ਕਲੀਅਰ ਕੱਟ ਰਾਹ ਸਾਡੇ ਸਾਹਮਣੇ ਨੇ। ਕੋਈ ਨਵੀਂ ਆਪਾਂ ਯੋਗ ਨੀਤੀ ਤਿਆਰ ਨਹੀਂ ਕਰ ਰਹੇ। ਗੁਰੂਆਂ ਦਾ ਸਿਧਾਂਤ ਆ, ਸ਼ਹੀਦੀਆਂ ਹੋਈਆਂ, ਕੁਰਬਾਨੀਆਂ ਹੋਈਆਂ। ਇੱਕ ਰਾਹ ਉਹ ਆ ਗਾਂਧੀਇਜ਼ਮ ਦਾ, ਜਿਹੜਾ ਕਰ ਰਿਹਾ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਰਿਜੈਕਟ ਕਰਦਾ। ਗੁਰੂ ਗੋਬਿੰਦ ਸਿੰਘ ਇੱਕ ਮਿਸਗਾਈਡਡ ਪੈਟਰੀਓਟ ਸੀ। ਉਹ ਕਿਰਪਾਨ ਵਗੈਰਾ, ਲੰਗਰ ਬਾਰੇ ਉਹਨੇ ਪਤਾ ਨਹੀਂ ਕਿਹੜੇ ਕਿਹੜੇ ਮੰਦੇ ਸ਼ਬਦ ਵਰਤੇ। ਇੱਕ ਪਾਸੇ ਡਾਕਟਰ B.R. ਅੰਬੇਦਕਰ ਦੀ ਸੋਚ ਆ, ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਇਜ਼ ਮਾਈ ਸਪਿਰਿਚੁਅਲ ਗਾਈਡ। ਸੋ ਸਾਡੇ ਲਈ ਸਾਡੇ ਜਿਹੜੇ ਹੀਰੋਸ ਨੇ, ਸਾਡੀ ਸੋਚ ਆ, ਸਾਡੇ ਪੁਰਖ, ਸਾਡੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆਵਾਜ਼ ਆ, ਸਾਡੇ ਲਈ ਬੜੀ ਕਲੀਅਰ ਕੱਟ ਆ। ਵੋਟਾਂ ਬਣੀਆਂ ਸੀ ਪਬਲਿਕ ਸਰਵਿਸ ਲਈ, ਪਰ ਅੱਜ ਕੱਲ ਸੈਲਫ ਸਰਵਿਸ ਲਈ ਇਹ ਮਸਲਾ ਬਣ ਗਿਆ। ਇਹ ਡੈਮੋਕ੍ਰੇਸੀ ਇੱਕ ਨਸ਼ਿਆਂ ਪੱਤਿਆਂ ਖਾਣ ਤਾਂ ਗਿਣਤੀ ਮਿੰਤੀ ਦਾ ਹਿਸਾਬ ਰਹਿ ਗਿਆ। ਲੋਕਾਂ ਦਾ ਇਹਦੇ ਵਿੱਚ ਕੋਈ ਬਾਹਲਾ ਆਧਾਰ ਹੋਣ ਦੇ ਬਾਲੇ ਅਸਾਰ ਨਹੀਂ ਗਏ। ਸੋ ਸਾਨੂੰ ਫਿਰ ਆਪਣਾ ਮੂਲ ਪਛਾਣਨਾ ਚਾਹੀਦਾ, ਤੇ ਜਿਹੜਾ ਇੱਕ ਮੂਲ ਨਾਲ ਜੁੜਿਆ, ਭਾਵੇਂ ਉਹ ਬ੍ਰਾਹਮਣ ਹੋਵੇ, ਕੋਈ ਵੀ ਹੋਵੇ, ਜਿਹੜਾ ਇੱਕ ਅਕਾਲ ਪੁਰਖ ਇੱਕ ਮੂਲ ਨਾਲ ਜੁੜ ਗਿਆ, ਉਹਦੇ ਵਾਸਤੇ ਕਿਤੇ ਵੀ ਦੁਨੀਆ ਦੇ ਵਿੱਚ ਸੁੱਖ ਔਰ ਸ਼ਾਂਤੀ ਹੈ। ਜੀ ਜੀ, ਥੈਂਕ ਯੂ। ਹਾਂਜੀ ਪਾਲ ਸਾਹਿਬ, ਤੁਸੀਂ ਤੁਹਾਡਾ ਕੀ ਕਹਿਣਾ? ਕੀ ਮੇਰਾ ਕਹਿਣਾ ਇਹ ਹੈ ਜੀ, ਜਿਸ ਤਰ੍ਹਾਂ ਹੁਣ ਸਰਬਜੀਤ ਸਿੰਘ ਖਾਲਸੇ ਨੂੰ ਖੜਾ ਕੀਤਾ ਆ ਇੱਥੋਂ ਫਤਿਹਗੜ੍ਹ ਸਾਹਿਬ ਤੋਂ, ਹਾਂਜੀ ਤੋਂ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਉਹਨਾਂ ਨੂੰ ਖੜੇ ਕੀਤਾ, ਇਹ ਇੱਕ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਤਜਰਬਾ ਆ ਕਿ ਸਿੱਖ ਸਿਧਾਂਤ ਜਿਹੜੇ ਹੈਗੇ ਆ, ਜਿਹਨੂੰ ਜਿਸ ਤਰ੍ਹਾਂ ਪਤਾ ਲੱਗ ਰਿਹਾ ਵੀ ਕਾਂਸ਼ੀ ਰਾਮ ਜੀ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਮੈਨੀਫੈਸਟੋ ਆ, ਜਾਂ ਇਹਨਾਂ ਨੇ ਕਿਹਾ, ਭਿੰਡਰ ਸਾਹਿਬ ਨੇ ਹੁਣੇ ਵੀ ਉਹ ਸਪਿਰਿਚੁਅਲ ਗਾਈਡ ਕਿਹਾ ਬਾਬਾ ਸਾਹਿਬ ਨੇ। ਤੋ ਜੋ ਇਹ ਗੱਲ ਆ, ਤਾਂ ਮੈਂ ਸਮਝਦਾ ਕਿ BSP ਜਿਹੜੀ ਹੈਗੀ ਆ, ਉਹਦੇ ਵਿੱਚ ਇਸ ਚੀਜ਼ ਦੀ ਘਾਟ ਆ। ਅਗਰ BSP ਆਪਣਾ ਜ਼ੋਰ ਲਾਵੇ, ਸਾਰੀਆਂ ਜਥੇਬੰਦੀਆਂ ਸਾਰੀਆਂ ਜ਼ੋਰ ਲਾ ਕੇ ਇਸ ਨੌਜਵਾਨ ਨੂੰ ਲੈ ਕੇ ਆਉਂਦੇ ਆ, ਤਾਂ ਇਹ ਇੱਕ ਐਕਸਪੈਰੀਮੈਂਟ ਹੋ ਜਾਊਗਾ, ਨਵਾਂ ਤਜਰਬਾ ਹੋ ਜਾਊਗਾ ਕਿ ਇਹ ਲੋਕ ਜਿਹੜੇ ਹੈਗੇ ਅਗਰ ਇਕੱਠੇ ਹੋ ਜਾਣ ਸਿੱਖ ਸਿਧਾਂਤਾਂ ਦੇ ਉੱਤੇ, ਸਾਂਝੀਵਾਲਤਾ ਦਾ ਸਬੂਤ ਵੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਦੇਸ਼ ਨਰਕ ਭੋਗ ਰਿਹਾ,
ਉਹ ਸਾਰੇ ਨਰਕ ਚੋਂ ਇਸ ਦੇਸ਼ ਨੂੰ ਕੱਢਿਆ ਜਾ ਸਕਦਾ। ਇਹ ਇੱਕ ਐਕਸਪੈਰੀਮੈਂਟ ਆ। ਮੈਂ ਸਾਰੇ ਦੇਸ਼ ਦੇ ਔਰ ਬਾਹਰ ਵਸਦੇ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਆਪਣਾ ਤਨ ਮਨ ਧਨ ਦੇ ਨਾਲ ਤੁਸੀਂ ਦਿਨ ਰਾਤ ਮਿਹਨਤ ਕਰਕੇ ਉਸ ਨੌਜਵਾਨ ਨੂੰ ਜਿਤਾਓ, ਤਾਂ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੋਚ ਆ, ਜਿਹੜੀ ਕਿ ਸਰਵ ਵਿਆਪਕ ਆ, ਗਲੋਬਲ ਆ, ਸਾਰੇ ਦੇਸ਼ਾਂ ਦਾ ਇੱਕ ਪਿੰਡ ਬਣਾਉਣਾ ਚਾਹੁੰਦੀ ਆ, ਹਥਿਆਰ ਮੁਕਤ ਇੱਕ ਵਧੀਆ ਇਨਸਾਨ ਦੀ ਜ਼ਿੰਦਗੀ ਦੇ ਕੇ ਬੇਗਮਪੁਰੇ ਦਾ ਵਾਸੀ ਤੱਕ ਦੇਣ ਦਾ ਸਫ਼ਰ ਕਰਦੀ ਹੈ ਜ਼ਿੰਦਗੀ ਦੇ ਵਿੱਚ, ਉਸ ਦੀ ਸਕਾਰਾਤਮਕ ਇੱਕ ਸਮਾਜਿਕ ਦਰਸ਼ਨ ਬਣ ਸਕੇ। ਥੈਂਕ ਯੂ ਜੀ। ਹਾਂਜੀ ਸਿਮਰਨ ਸਿੰਘ ਜੀ, ਤੁਹਾਡਾ ਕੀ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ? ਮੇਰੀ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਗੱਲ ਹੋਈ ਸੀਗੀ ਫੋਨ ਦੇ ਉੱਤੇ, ਤੇ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਸੀਗੀ ਉਹ ਬੜੀ ਮਾੜੀ ਸੀਗੀ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਖਾਲਸਾ ਜੀ ਤੁਹਾਨੂੰ ਕੀ ਚਾਹੀਦਾ? ਕਹਿੰਦੇ ਕਿ ਅਰਦਾਸ ਕਰਿਓ ਕਿ ਲੋਕ ਸੱਚ ਨੂੰ ਵੋਟ ਪਾਉਣ। ਮੈਂ ਕਿਸੇ ਨੂੰ ਸ਼ਰਾਬ ਨਹੀਂ ਪਵਾਉਣੀ, ਮੈਂ ਕਿਸੇ ਪੱਤਰਕਾਰ ਨੂੰ ਪੈਸਾ ਨਹੀਂ ਦੇਣਾ, ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜਿਹੜਾ ਵੱਡੀਆਂ ਪਾਰਟੀਆਂ ਕਰਦੀਆਂ। ਸਭ ਤੋਂ ਵੱਡੀ ਸੋਚ। ਹਾਂਜੀ, ਉਹ ਕਹਿੰਦੇ ਕਿ ਮੇਰੇ ਨਾਲ ਪਰਮਾਤਮਾ, ਮੇਰੇ ਨਾਲ ਮੇਰਾ ਸੱਚ ਆ। ਤੇ ਮੈਂ ਸਾਰੇ ਦਰਸ਼ਕਾਂ ਨੂੰ ਇੱਥੇ ਇੰਡੀਆ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚ ਦੇ ਨਾਲ ਖੜੋ, ਸੱਚ ਦੀ ਆਵਾਜ਼ ਪਛਾਣੋ। ਤੁਸੀਂ ਵੀ ਸਿਸਟਮ ਦੇ ਸ਼ਿਕਾਰ ਹੋ, ਗੱਲ ਆ ਸਮਝਣ ਦੀ। ਆਪਾਂ ਅੱਜ ਸਮਝੀਏ, ਆਪਾਂ ਇੱਕ ਬੜਾ ਵੱਡਾ ਮੈਸੇਜ ਇੱਥੇ ਜਿਹੜਾ ਬ੍ਰਦਰਹੁੱਡ ਦਾ ਦੇ ਰਹੇ ਆ, ਉਹ ਇੱਕ ਸਾਡਾ ਟੈਸਟ ਆ, ਇੱਕ ਸਾਡਾ ਤਜਰਬਾ ਵਾ, ਐਕਸਪੈਰੀਮੈਂਟ ਆ। ਮਹਾਰਾਜ ਕਿਰਪਾ ਕਰੇ ਉਹਨੂੰ ਫੜ ਲੱਗੇ ਤੇ ਖਾਲਸਾ ਜੀ ਆਪਣੇ ਕੰਸਟੀਚੁਐਂਸੀ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਬਹੁਮਤ ਦੇ ਨਾਲ ਜਿੱਤਣ। ਮੇਰਾ ਇਹੋ ਹੀ ਅਪੀਲ ਆ ਜੀ ਸਾਰੀ ਸੰਗਤ। ਜੀ ਜੀ। ਹਾਂਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਲਾਸਟ? ਮੈਂ ਇਹ ਕਹਿਣਾ ਚਾਹਾਂਗਾ, ਦੇਖੋ ਸਰਬਜੀਤ ਸਿੰਘ ਜੀ ਬਹੁਜਨ ਸਮਾਜ ਪਾਰਟੀ ਜਿਹਦੇ ਨਾਲ ਕਾਂਸ਼ੀ ਰਾਮ ਜੀ ਦਾ ਨਾਂ, ਡਾਕਟਰ ਅੰਬੇਦਕਰ ਜੀ ਦਾ ਨਾਂ ਜੁੜਿਆ ਹੈ, ਜਿਹੜੀ ਕਿ ਸਰਬ ਜਨ ਨੂੰ ਸਾਰੇ ਉਹ ਜਿਹੜਾ ਇਗਨੋਰ ਹਜ਼ਾਰਾਂ ਸਾਲਾਂ ਤੋਂ ਤਬਕਾ ਜਿਹੜਾ ਇਗਨੋਰ ਹੋਇਆ ਬਿਲਕੁਲ, ਉਸ ਪਾਰਟੀ ਦੇ ਵਿੱਚ ਸਰਬਜੀਤ ਸਿੰਘ ਜੀ ਅੱਜ ਹਨ। ਤੇ ਜੇ ਆਪਣਾ ਸਾਰਾ ਮਿਲ ਕੇ ਰਲ ਮਿਲ ਕੇ ਸਾਰੇ ਸਮੁਦਾਇ ਜਿੰਨੇ ਵੀ ਹੈਗੇ ਨੇ ਉਹ ਰਲ ਮਿਲ ਕੇ ਇਹਨਾਂ ਨੂੰ ਜਿਤਾਉਣ, ਤਾਂ ਸਰਬਜੀਤ ਸਿੰਘ ਦੀ ਜਿੱਤ ਜਿਹੜੀ ਹੈ ਉਹ 85% ਮੂਲ ਨਿਵਾਸੀਆਂ ਦੇ ਲਈ ਇੱਕ ਮਾਣ ਦੀ ਗੱਲ ਹੋਏਗੀ। ਉਹਨਾਂ ਲਈ ਇੱਕ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਹੋਏਗਾ। ਇਸ ਦੇਸ਼ ਦੀ ਡੈਸਟਨੀ ਬਦਲੇਗੀ। ਇਸ ਦੇਸ਼ 'ਚ ਇੱਕ ਸਿਹਤਮੰਦ ਜਿਹੜਾ ਹੈ ਵਿਵਸਥਾ ਆਏਗੀ। ਤੇ ਇਸ ਕਰਕੇ ਇਹਨਾਂ ਦੀ ਜਿੱਤ ਜਿਹੜੀ ਹੈ ਇੱਕ ਬਹੁਤ ਹੀ ਟਰਨਿੰਗ ਪੁਆਇੰਟ ਜਿਹਨੂੰ ਕਹਿੰਦੇ ਮੋੜ, ਇੱਕ ਬਹੁਤ ਵੱਡਾ ਮੋੜ ਸਿੱਧ ਹੋ ਸਕਦਾ ਹੈ। ਸੋ ਸਭ ਨੂੰ ਮਿਲ ਕੇ ਫਤਿਹਗੜ੍ਹ ਕੌਂਸਟੀਚੁਐਂਸੀ ਦੇ ਵਿੱਚ ਸਾਰੇ ਵੋਟਰਸ ਨੂੰ ਮਿਲ ਕੇ ਸਰਬਜੀਤ ਸਿੰਘ ਨੂੰ ਵੋਟ ਪਾਣੀ ਚਾਹੀਦੀ। ਹਾਂਜੀ, ਆਪਣੇ ਕੋਲ 30 ਸੈਕਿੰਡ ਰਹਿ ਗਏ। ਪੁਲਿਸ ਉਹ ਇਸ ਤਰ੍ਹਾਂ ਜੀ, ਇਸ ਤਰ੍ਹਾਂ ਸਾਡੇ ਇੱਥੇ ਨੌਜਵਾਨ ਸਾਥੀ ਆ ਪਲਵਿੰਦਰ ਮਾਹੀ ਜੀ, ਮੱਖਣ ਲੋਹਾਰ ਤੇ ਅਮਰ ਦਲੋਚ ਜੀ ਜੀ। ਇਹ ਜੋ ਵੀ ਅਸੀਂ ਅੱਜ ਕੰਮ ਇੱਥੇ ਕਰ ਰਹੇ ਹਾਂ, ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਆ। ਉਹ ਵੀ ਇਹੀ ਗੱਲ ਚਾਹੁੰਦੇ ਆ। ਉਹ ਅੱਜ ਭਾਵੇਂ ਸਾਡੇ 'ਚ ਨਹੀਂ ਬੈਠੇ, ਉਹਨਾਂ ਦੀਆਂ ਆਤਮਾਵਾਂ ਸਾਡੇ ਨਾਲ ਬੈਠੀਆਂ, ਇਹ ਗੱਲ ਕੀਤੀ ਆ। ਤੇ ਅਸੀਂ ਮਤਲਬ ਉਹਨਾਂ ਨੂੰ ਯਕੀਨ ਦਿਵਾਉਂਦੇ ਆ। ਔਰ ਤੁਹਾਡਾ ਜੋ ਸੋਚ ਤੁਸੀਂ ਲੈ ਕੇ ਚੱਲੇ ਆ, ਅਸੀਂ ਪੂਰੀ ਦੀ ਪੂਰੀ ਉਸੇ ਤਰ੍ਹਾਂ ਸੋਚ ਦੇ ਮਾਲਕਾਂ। ਤੁਹਾਡੇ ਹਿਸਾਬ ਦੇ ਨਾਲ ਹੀ ਅਸੀਂ ਅੰਬੇਡਕਰ ਸਿੱਖ ਫਾਊਂਡੇਸ਼ਨ ਨੂੰ ਉਸ ਲੈਵਲ ਤੇ ਲੈ ਕੇ ਗਏ ਆ, ਤੇ ਤੁਸੀਂ ਸਾਨੂੰ ਕੋਆਪਰੇਟ ਕਰੋ ਇਸੇ ਤਰ੍ਹਾਂ ਹੀ, ਤਾਂ ਜੋ ਕਿ ਅਸੀਂ ਚੜ੍ਹਦੀ ਕਲਾ ਜਾ ਸਕੀਏ। ਥੈਂਕ ਯੂ। ਤੁਹਾਡਾ ਮੈਸੇਜ ਪਹੁੰਚ ਗਿਆ। ਪਿਆਰੇ ਦਰਸ਼ਕੋ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਤੁਹਾਡੇ ਨਾਲ ਇਹਨਾਂ ਸ਼ਖਸੀਅਤਾਂ ਦੇ ਨਾਲ ਅਸੀਂ ਹੋਰ ਗੱਲਬਾਤ ਕਰੀਏ, ਤੁਸੀਂ ਹੋਰ ਨੌਲੇਜ ਲੈ ਕੇ ਇੱਥੋਂ ਜਾਵੋ ਸਾਡੇ ਵਿੱਚੋਂ। ਪਰ ਮਜਬੂਰੀ ਸਮੇਂ ਦੀ ਹੋ ਜਾਂਦੀ ਹੈ। ਗੱਲਾਂ ਹੋਰ ਬੜੀਆਂ ਬਾਕੀ ਨੇ ਹਜੇ ਕਰਨ ਵਾਲੀਆਂ। ਗੱਲ ਇੱਥੇ ਨਹੀਂ ਮੁੱਕਣੀ, ਗੱਲ ਹਜੇ ਬੜੀ ਲੰਬੀ ਚੌੜੀ ਹੈ ਤੇ ਲੰਬੇ ਪੈਂਡੇ ਨੇ, ਲੰਬੇ ਰਾਹ ਨੇ। ਉਹਨਾਂ ਰਾਹਾਂ ਤੇ ਤੁਰਦਿਆਂ ਔਕੜਾਂ ਵੀ ਬੜੀਆਂ ਆਉਂਦੀਆਂ ਨੇ, ਪਰ ਦ੍ਰਿੜ ਚਾਹੀਦਾ ਇਰਾਦਾ ਉਹਨਾਂ ਨੂੰ ਸਫਲ ਕਰਨ ਲਈ ਤੇ ਉਹਨਾਂ ਤੇ ਮੰਜ਼ਿਲਾਂ ਪਾਉਣ ਲਈ। ਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਰਿਹਾ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ balwant.m@getpunjabi.tv ਦੇ ਉੱਤੇ। ਸੋਮਵਾਰ ਨੂੰ ਤੁਹਾਡੇ ਨਾਲ ਨਵੇਂ ਵਿਚਾਰਾਂ ਦੇ ਨਾਲ ਮਿਲਾਂਗਾ ਇਸੇ ਮੰਚ ਦੇ ਉੱਤੇ, ਤੁਹਾਡੇ ਮੰਚ ਦੇ ਉੱਤੇ। ਤਦ ਤੱਕ ਦਿਓ ਇਜਾਜ਼ਤ। ਹੱਸਦੇ ਰਹੋ, ਵਸਦੇ ਰਹੋ, ਜਿੰਦਾਬਾਦ ਰਹੋ, ਆਬਾਦ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਕੀ ਬਲਵੰਤ अपनी बोली अपनी पहचान पंजाबी हर महफिल दी जान पंजाबियां दी है वखरी शान।